ਸੰਗਤ ਟੈਲੀਵਿਜ਼ਨ ਦੇਖ ਰਹੇ ਪ੍ਰੇਮੀ ਜਨੋਂ, ਵਾਹਿਗੁਰੂ। ਆਓ ਮਿਲ ਕੇ ਆਪਾਂ ਵਿਚਾਰਾਂ ਕਰੀਏ। ਵਾਹਿਗੁਰੂ। ਦਾਸ ਭਾਈ ਨਰਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਪ੍ਰੋਗਰਾਮ ਲੈ ਕੇ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੇ ਮਨ ਆਏ। ਗੁਰਬਾਣੀ ਦਾ ਮਾਰਗ ਸਾਡੇ ਜੀਵਨ ਨੂੰ ਸੁਚੱਜਾ ਬਣਾਉਂਦਾ ਏ। ਗੁਰਬਾਣੀ ਦਾ ਮਾਰਗ ਸਾਨੂੰ ਪ੍ਰਭੂ ਦਾ ਗਿਆਨ ਦਿੰਦਾ ਏ। ਗੁਰਬਾਣੀ ਦਾ ਮਾਰਗ ਸਾਨੂੰ ਇਸ ਜੀਵਨ ਦਾ ਗਿਆਨ ਦਿੰਦਾ ਏ। ਤਨ ਕੀ ਹੈ, ਮਨ ਕੀ ਹੈ, ਆਤਮਾ ਕੀ ਹੈ, ਇਹ ਆਪਾਂ ਗੁਰੂ ਦੇ ਕੋਲੋਂ ਸਮਝਣ ਵਾਸਤੇ ਜੁੜ ਬੈਠੇ ਹਾਂ। ਸੋ ਸਤਿਗੁਰੂ ਦੀ ਕਿਰਪਾ ਦੁਆਰਾ ਲੜੀਵਾਰ ਵਿਚਾਰ ਚੱਲ ਰਹੇ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼੍ਰੀ ਰਾਗ ਤੀਸਰੇ ਪਾਤਸ਼ਾਹ ਦੀ ਬਾਣੀ, ਜੋ ਵਿਚਾਰਾਂ ਰਾਹੀਂ ਆਪਾਂ ਖੋਜ ਕਰ ਰਹੇ ਹਾਂ, ਜਿਤਨੀ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਸਮਤ ਦਿੰਦੇ ਨੇ। ਵਾਹਿਗੁਰੂ। ਤੇ ਦਾਸ ਦੇ ਨਾਲ ਲੰਡਨ ਸਟੂਡੀਓ ਵਿੱਚ ਹਾਜ਼ਰ ਨੇ ਭਾਈ ਨਿਰਪਾਲ ਸਿੰਘ ਜੀ ਪਰਦੇਸੀ। ਉਹਨਾਂ ਦੇ ਨਾਲ ਮਿਲ ਕੇ ਆਪਾਂ ਵਿਚਾਰਾਂ ਕਰਾਂਗੇ ਕਿ ਸਤਿਗੁਰੂ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਵਿੱਚ ਸਾਨੂੰ ਕੀ ਸਮਝਾਉਣ ਦਾ ਯਤਨ ਕਰਦੇ ਨੇ। ਵਾਹਿਗੁਰੂ। ਸੋ ਆਓ ਆਪਾਂ ਮਿਲ ਕਰਕੇ ਫਤਿਹ ਬੁਲਾਈਏ। ਸਰਦਾਰ ਨਿਰਪਾਲ ਸਿੰਘ ਪਰਦੇਸੀ ਜੀ ਆਪ ਜੀ ਨੂੰ ਅਤੇ ਗੁਰੂ ਕੀ ਸੰਗਤਾਂ ਨੂੰ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਇਸ ਦੁਨੀਆ ਤੇ। ਵਾਹਿਗੁਰੂ। ਆਪਣੇ ਜੀਵਨ ਦੀਆਂ ਆਹੂਤੀਆਂ ਦੇ ਕੇ ਉਹਨਾਂ ਨੇ ਆਪਣੇ ਜੀਵਨ ਦੇ ਸੁੱਖ ਤਿਆਗੇ ਨੇ, ਔਰ ਦੁਨੀਆ ਨੂੰ ਸੁੱਖ ਦੇਣ ਵਾਸਤੇ ਕੁਰਬਾਨੀਆਂ ਦੇ ਕੇ ਇੱਕ ਸੱਚ ਦਾ ਮਾਰਗ ਗੁਰਬਾਣੀ ਮਨੁੱਖਤਾ ਦੀ ਝੋਲੀ ਵਿੱਚ ਪਾਈ ਕਿ ਇਸ ਨੂੰ ਗਾਵੋ, ਪੜੋ, ਸੁਣੋ ਨਿਤ ਭਾਈ। ਗੁਰ ਪੂਰੇ ਤੂੰ ਰਾਖਿਆ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਇਹ ਅਗੰਮੀ ਬਾਣੀ ਹੈ ਜਿਸ ਦੇ ਦੁਆਰਾ ਅਸੀਂ ਆਪਣੇ ਜੀਵਨ ਨੂੰ, ਆਪਣੀ ਆਤਮਾ ਨੂੰ ਪ੍ਰਫੁੱਲਤ ਕਰ ਸਕਦੇ ਹਾਂ, ਆਪਣੇ ਅੰਦਰੋਂ ਵਿਕਾਰਾਂ ਨੂੰ ਮਾਰ ਸਕਦੇ ਹਾਂ। ਸਾਡੇ ਅੰਦਰ ਜੋ ਜਨਮਾਂ ਜਨਮਾਂਤਰਾਂ ਦੇ ਰੋਗ ਨੇ, ਕੇਵਲ ਤੇ ਕੇਵਲ ਉਹ ਇੱਕ ਗੁਰੂ ਹੀ ਕੱਟਦਾ ਹੈ। ਪਰ ਉਹ ਕਿਵੇਂ ਕੱਟੇ ਜਾਣਗੇ, ਸਾਨੂੰ ਕੀ ਕਰਨਾ ਪਵੇਗਾ, ਇਹ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਸੋ ਆਓ ਬੜੇ ਪਿਆਰ ਦੇ ਨਾਲ ਪਰਦੇਸੀ ਜੀ ਨੂੰ ਬੇਨਤੀ ਹੈ ਕਿ ਜੋ ਅੱਜ ਦਾ ਸ਼ਬਦ ਹੈ ਉਹ ਸ਼ੁਰੂ ਕਰਨ ਤੇ ਆਪਾਂ ਗੁਰੂ ਨਾਲ ਮਿਲ ਕੇ ਵਿਚਾਰਾਂ ਸਾਂਝੀਆਂ ਕਰੀਏ ਕਿ ਪ੍ਰਭੂ ਪਰਮਾਤਮਾ ਦੀਆਂ ਜੋ ਗੱਲਾਂ ਨੇ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਇਹਨਾਂ ਬਾਤਾਂ ਨੂੰ, ਇਹਨਾਂ ਰਮਜ਼ਾਂ ਨੂੰ, ਇਸ ਰਹੱਸ ਨੂੰ ਸਮਝਣ ਵਾਸਤੇ ਸਾਨੂੰ ਧਿਆਨਾਂਤਰ ਹੋਣਾ ਪਵੇਗਾ, ਪ੍ਰੇਮ ਦੇ ਵਿੱਚ ਡੁੱਬਣਾ ਪਵੇਗਾ, ਆਪਣੇ ਆਪ ਦੇ ਵਿੱਚ ਡੁੱਬਣਾ ਪਵੇਗਾ, ਮਿਹਨਤ ਕਰਨੀ ਪਵੇਗੀ ਤੇ ਮਿਹਨਤ ਕਰਕੇ ਹੀ ਕੁਝ ਨਾ ਕੁਝ ਝੋਲੀ ਦੇ ਵਿੱਚ ਪੈਂਦਾ ਹੈ। ਇਸ ਕਰਕੇ ਗੁਰੂ ਕੀਆਂ ਸੰਗਤਾਂ ਜੁੜੀਆਂ ਨੇ। ਬੇਨਤੀ ਹੈ ਕਿ ਸਿਰਫ ਸੁਣਨਾ ਹੀ ਨਹੀਂ, ਕੁਝ ਕਰਨਾ ਹੈ। ਤੇ ਜਿਤਨੀਆਂ ਵੀ ਸੰਗਤਾਂ ਜੁੜੀਆਂ ਨੇ ਸਭ ਨੂੰ ਬੇਨਤੀ ਹੈ ਕਿ ਸੰਗਤ ਟੈਲੀਵਿਜ਼ਨ ਦੇ ਮੈਂਬਰ ਬਣੋ, ਡਾਇਰੈਕਟ ਡੈਬਿਟ ਭਰੋ, ਤਾਂ ਕਿ ਆਪ ਜੀ ਦੇ ਸਹਿਯੋਗ ਦੇ ਨਾਲ ਇਸੇ ਢੰਗ ਦੇ ਨਾਲ ਇਹ ਚੈਨਲ ਚੱਲਦਾ ਰਹੇ, ਆਪ ਜੀ ਦੀ ਸੇਵਾ ਕਰਦਾ ਰਹੇ। ਔਰ ਜੋ ਵੀ ਸੰਸਾਰ ਦੇ ਵਿੱਚ ਲੋੜਵੰਦ ਨੇ, ਇਸ ਵੇਲੇ ਸਭ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਜੋ ਮੁੱਦਾ ਹੈ ਉਹ ਕਿਸਾਨੀ ਦਾ ਹੈ। ਤੇ ਕਿਸਾਨਾਂ ਨੂੰ ਆਪ ਜੀ ਦੀ ਸਪੋਰਟ ਦੀ ਬੜੀ ਲੋੜ ਹੈ। ਅੱਜ ਵੀ ਜੇਕਰ ਕੋਈ ਸੁੱਤਾ ਰਹਿ ਜਾਏ, ਚੁੱਪ ਕਰਕੇ ਬੈਠਾ ਰਹੇ, ਫਿਰ ਗੁਰੂ ਪਿਆਰਿਓ ਕਦੋਂ ਜਾਗਾਂਗੇ? ਵੇਲਾ ਹੈ ਜਾਗਣ ਦਾ। ਜਾਗੋ ਜਾਗੋ ਸੁੱਤਿਓ, ਚੱਲਿਆ ਵਣਜਾਰਾ। ਇਹ ਹੁਣ ਵਣਜ ਕਰਨ ਦਾ ਸਮਾਂ ਹੈ, ਸੱਚ ਦਾ ਵਣਜ ਕਰਨਾ ਹੈ ਤੇ ਸੱਚ ਦੇ
ਹੱਕ ਦੇ ਵਿੱਚ ਸਭ ਨੂੰ ਖਲੋਣਾ ਚਾਹੀਦਾ ਹੈ। ਸੋ ਜਿਤਨੇ ਵੀ ਪ੍ਰੇਮੀ ਜਨ ਜੁੜ ਬੈਠੇ ਨੇ, ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ, ਇਹ ਡਾਇਲ ਕਰੋ। ਡਾਇਲ ਕਰਕੇ ਆਪ ਸੇਵਾ ਕਰੋ, ਤਾਂ ਕਿ ਜੋ ਸਾਡੀਆਂ ਮਿਤਾਬਾਂ, ਸਾਡੇ ਬਜ਼ੁਰਗ, ਸਾਡੇ ਵੀਰ ਬੱਚੇ ਜੋ ਇਸ ਵੇਲੇ ਕਿਸਾਨੀ ਸੰਘਰਸ਼ ਦੇ ਵਿੱਚ ਨੇ, ਉਹਨਾਂ ਨੂੰ ਸਪੋਰਟ ਹੋ ਸਕੇ। ਸੋ ਵੱਧ ਤੋਂ ਵੱਧ ਜੋ ਬਾਹਰ ਸੰਗਤਾਂ ਬੈਠੀਆਂ ਨੇ, ਜ਼ਰੂਰ ਆਪਣਾ ਯੋਗਦਾਨ ਪਾਓ, ਤਾਂ ਕਿ ਇਹ ਸੰਘਰਸ਼ ਫਤਿਹ ਹੋਵੇ, ਵਾਹਿਗੁਰੂ ਜਿੱਤ ਹੋਵੇ। ਕਿਉਂਕਿ ਸਪੋਰਟ ਕਰਕੇ ਨਾਲ ਨਾਲ ਅਰਦਾਸ ਕਰਨੀ, ਇਹ ਗੁਰਸਿੱਖਾਂ ਦਾ ਪਹਿਲੂ ਹੈ। ਇਸ ਕਰਕੇ ਆਓ ਬੜੇ ਪਿਆਰ ਦੇ ਨਾਲ ਨਾਲ ਆਪਾਂ ਸੇਵਾ ਕਰਨੀ ਹੈ, ਅਤੇ ਨਾਲ ਅੱਜ ਦਾ ਜੋ ਵਿਚਾਰ ਹੈ ਉਹ ਆਪਾਂ ਸਰਵਣ ਕਰਦੇ ਹਾਂ। ਸੋ ਪਰਦੇਸੀ ਜੀ ਸ਼ੁਰੂ ਕਰੋ ਜੀ। ਵਾਹਿਗੁਰੂ ਜੀ। ਸੰਗਤ ਜੀ, ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਧੰਨਤਾ ਦੇ ਯੋਗ ਸੰਗਤ ਜੀ, ਸੰਗਤ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਆਪ ਜੀ ਜੁੜ ਬੈਠੇ ਹੋ। ਦਾਸ ਸੰਗੀ ਨਰਿੰਦਰ ਸਿੰਘ ਜੀ ਨਾਲ ਆਪ ਜੀ ਦੇ ਚਰਨਾਂ 'ਚ ਹਫਤਾਵਾਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਗੁਰਬਾਣੀ ਇਸ ਜਗ में ਚਾਨਣ, ਕਰਮ ਵਸੇ ਮਨ ਆਏ, ਜੁਗੋ ਜੁਗ ਅਟਲ। ਆਦਿ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 36 ਉੱਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਮੁਖਾਰ ਬਿਨ ਤੋਂ ਉਪਦੇਸ਼ ਅੱਜ ਦੇ ਵਿਚਾਰਾਂ ਦੇ ਹਨ ਜੀ। ਸ੍ਰੀ ਰਾਗ ਮਹਿਲਾ ਤੀਜਾ। ਬਿਨ ਗੁਰ ਰੋਗ ਨ ਟੁੱਟਹੀ, ਹਉਮੈ ਪੀੜ ਨ ਜਾਏ। ਗੁਰ ਪ੍ਰਸਾਦੀ ਮਨ ਵਸੇ, ਨਾਮੇ ਰਹੇ समाए। गुर शब्दी हर पाईऐ, बिन शब्दे भरम भुलाहे। मन रे निज घर वासा होए, राम नाम सलाहे। तू फिर आवन जान ना होए रहाओ। सतगुरु जी बख्शिश कर रहे ने। रहाओ बंद विच मुख उपदेश साहिबां दा। मन रे निज घर वासा होए, राम नाम सलाहे। तू फिर आवन जान ना होए रहाओ। ये मन दा, इस परदेसी मन दा अपने खसम दे घर च वासा हो जाएगा, जदों मैं उस आद सच, जुगाद सच, है भी सच, नानक होसी भी सच नू नाम विच जपांगा, सिमरांगा ते ध्यावांगा। ते मेरी ये मन अपने खसम परमेश्वर दे नाल जाके इकमिक होएगी, अपने मेरे घर च मेरा वासा होएगा। महाराज बख्शिश कर रहे ने, मन रे निज घर वासा होए। जिहड़ा मेरा घर है उत्थे मेरा वासा हो जाएगा। राम नाम सलाहे, मैनू उस अकाल पुरख दे नाम नू सलाना है, तो फिर मेरा आवन जावन नहीं होएगा। मैं अपने खसम परमेश्वर दे घर जाके, जोत तू मन स्वरूप है, अपना मुल पछाण, फिर मेरा ये जीवन सफला होएगा। ये सफला महाराज हुण बख्शिश कर रहे ने। होएगा किवें? कहंदे ने, बिन गुर रोग न टुटे ही, हउमੈ पीड़ न जाए। ये सच्चे गुर तो बगैर नहीं हो सकता प्यारिओ। ते गुरु तो ज्ञान मिलता है, दुनियावी ज्ञान भी मिलता है, और सतगुरां जी तो दुनियावी ते अध्यात्मिक समर्थ गुरु है, इतों सब कुछ मिलता है। सतगुरु जी फरमान करते हैं कि जप किसनू जपना है? आद सच, जुगाद सच, है भी सच, नानक होसी भी सच। तो जदों ये कहते ने जप, तो मेरे सतगुरां जी जपदे भी हैं, सिमरदे भी हैं, ध्याउंदे भी हैं। गुरु ग्रंथ ਸਾਹਿਬ जी महाराज की 1405 अंग ते महाराज दे 1405 अंग ते बख्शिश हुंदी हैगी है। गुर अमरदास, माफ़ करना प्यारिओ, आप जियां दे नाल यह सांझ पाउण नूं मैनूं 1 मिनट सिर्फ दी लोड़ है प्यारिओ।
ਜੀ ਪਿਆਰਿਓ, 1405 ਅੰਕ ਤੇ ਗੁਰੂ ਮਹਾਰਾਜ ਦੇ ਉਪਦੇਸ਼ ਨੇ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਤਹਿ ਆਇਓ। ਤੱਦੇ ਨੂੰ ਇਹ ਯਾ ਉਹ ਗੁਰੂ ਅਮਰਦਾਸ ਪਾਤਸ਼ਾਹ ਨੇ ਵਾਹ ਵਾਹ ਕਹਿ ਕੇ ਉਸ ਆਹੜ ਸੱਚ, ਜੁਗਾੜ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਨੂੰ ਤਿਹਾਇਓ। ਉਹਨਾਂ ਨੇ ਤਿਹਾਇਆ ਤੇ ਉਹਨਾਂ ਦੀ ਬੰਦਗੀ ਤੇ ਅਕਾਲ ਪੁਰਖ ਆਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਘਰ 'ਚ ਆ ਕੇ ਪ੍ਰਗਟ ਹੋਏ। ਉਹ ਅਕਾਲ ਪੁਰਖ ਜੋ ਪਹਿਲੇ ਜਾਮੇ 'ਚ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ ਗੁਰੂ ਨਾਨਕ ਰੂਪ ਹੋ ਕੇ ਆਏ ਨੇ, ਤੇ ਉਹ ਜੋਤ ਨੇ 9 ਜਾਮਿਆਂ 'ਚ ਆਪਣਾ ਅਧਿਆਏ ਇਸ ਸੰਸਾਰ ਨੂੰ ਬਖਸ਼ਿਆ ਹੈ। ਤੇ 9ਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਗਤੀ ਦਾ ਸਦਕਾ ਉਹ ਜੋਤ ਗੁਰੂ ਗੋਬਿੰਦ ਸਾਹਿਬ ਜੀ ਦੇ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਈ ਹੈ, ਜਿਸ ਨੇ ਆ ਕੇ ਸਾਨੂੰ ਖਾਲਸਾ ਅਕਾਲ ਪੁਰਖ ਕੀ ਫੌਜ ਇਹਦੀ ਸਾਜਨਾ ਬਖਸ਼ੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜ ਕੇ ਸਾਨੂੰ ਜੀਵਨ ਸਫਲਾ ਕਰਨ ਦੀ ਜਾਚ ਬਖਸ਼ੀ ਹੈ। ਇੱਥੇ ਮਹਾਰਾਜ ਕਹਿੰਦੇ ਨੇ, ਬਿਨ ਗੁਰ ਰੋਗ ਨਾ ਟੁੱਟਹੀ, ਹਉਮੈ ਪੀੜ ਨਾ ਜਾਏ। ਤੇ ਗੁਰੂ ਬਗੈਰ ਇਹ ਮੇਰੀ ਹਉਮੈ, ਇਹ ਮੈਂ, ਮੇਰੀ ਵਿਕਾਰਾਂ ਦੀ ਪੀੜ, ਦਰਦ, ਇਹ ਬੰਧਨ ਨਹੀਂ ਜਾਣੇ। ਇਹ ਤਾਂ ਤੂੰ ਮੈਨੂੰ ਛੁਟਕਾਰਾ ਨਹੀਂ ਮਿਲੇਗਾ ਜਦ ਤੱਕ ਕਿ ਮੈਂ ਸ਼ਬਦ ਗੁਰੂ ਦੇ ਸ਼ਰਨ ਨਹੀਂ ਪਵਾਂਗਾ, ਜਦ ਤੱਕ ਕਿ ਮੈਂ ਸ਼ਬਦ ਗੁਰੂ ਜੀ ਨਾਲ ਪਿਆਰ ਨਹੀਂ ਕਰਾਂਗਾ, ਸ਼ਬਦ ਪੜ੍ਹਾਂਗਾ ਨਹੀਂ, ਵਿਚਾਰਾਂਗਾ ਨਹੀਂ ਔਰ ਆਪਣੇ ਜੀਵਨ 'ਤੇ ਉਹਨੂੰ ਢਾਲਾਂਗਾ ਨਹੀਂ, ਤੇ ਮੇਰੀ ਇਹ ਜੀਵਨ ਯਾਤਰਾ ਸਫਲਾ ਨਹੀਂ ਹੋਣੀ। ਮਹਾਰਾਜ ਕਹਿੰਦੇ ਨੇ, ਗੁਰ ਪ੍ਰਸਾਦੀ ਮਨ ਵਸੇ, ਨਾਮੇ ਰਹੇ ਸਮਾਏ। ਤੇ ਜਦੋਂ ਮੈਨੂੰ ਇੱਦਾਂ ਦਾ ਕੁਝ ਕਰਮ ਮਿਲਦਾ ਹੈ ਤੇ ਮੇਰੇ ਸਤਿਗੁਰੂ ਜੀ ਸਮਝਾਉਂਦੇ ਨੇ, ਮਨ ਨੂੰ ਨੀਵਾਂ ਰੱਖੋ, ਕਿਉਂਕਿ ਜੋ ਮਿਲਣਾ ਹੈ ਪ੍ਰਸਾਦ ਰੂਪ ਵਿੱਚ ਮਿਲਣਾ ਹੈ। ਤੇ ਜੇ ਸਤਿਗੁਰ ਦਿਆਲ ਹੋ ਜਾਣ ਤੇ ਫਿਰ ਪਿੰਗਲ ਪਰਬਤ ਪਾਰ ਪਰੇ, ਖਲ ਚਤੁਰਬ ਕੀਤਾ, ਅੰਦਲੇ ਤ੍ਰਿਭਵਨ ਸੁਜਿਆ, ਗੁਰੂ ਭੇਟ ਪੁਨੀਤਾ। ਤੇ ਮਹਾਰਾਜ ਕਹਿੰਦੇ ਨੇ, ਗੁਰ ਪ੍ਰਸਾਦੀ, ਇਸ ਗੁਰ ਕੋਲੋਂ ਪ੍ਰਸਾਦ ਰੂਪ ਵਿੱਚ ਇਹ ਮੇਰੇ ਮਨ 'ਚ ਵਸੇਗਾ ਤੇ ਇਸ ਨਾਮ ਦੇ ਮਨ 'ਚ ਵਸਣ ਨਾਲ ਇਹ ਮੈਂ ਉਸ ਅਕਾਲ ਪੁਰਖ ਨਾਲ ਇੱਕਮਿਕ ਹੋਣ ਦਾ ਆਪਣਾ ਜੀਵਨ ਸਫਲਾ ਕਰਾਂਗਾ। ਇਹ ਮਹਾਰਾਜ ਹੁਣ ਬਖਸ਼ਿਸ਼ ਕਰਨ ਕਿ ਗੁਰ ਸ਼ਬਦੀ ਹਰ ਪਾਈਏ। ਇਹ ਜੋ ਸ਼ਬਦ ਹੈ ਇਹ ਮੈਨੂੰ ਪਰਮਾਤਮਾ ਨਾਲ ਮਿਲਾਏਗਾ, ਜੋ ਸਾਨੂੰ ਮਹਾਰਾਜ ਰਹਾਉ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਮਨ ਰੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਲਾਹੇ ਤੂੰ, ਫਿਰ ਆਵਣ ਜਾਣ ਨਾ ਹੋਏ ਰਹਾਓ। ਸੋ ਗੁਰੂ ਪ੍ਰੇਮੀ ਜੀ ਨੂੰ, ਜਿਵੇਂ ਪਰਦੇਸੀ ਜੀ ਨੇ, ਗੁਰੂ ਤੋਂ ਬਿਨਾਂ ਸਾਡਾ ਜੀਵਨ ਕੀ ਹੈ। ਵਾਹਿਗੁਰੂ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨਾ ਪਾਵੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਉਹ ਅਲੌਕਿਕ ਗਿਆਨ ਹੈ, ਅਗੰਮੀ ਗਿਆਨ ਹੈ, ਜਿਸ ਦੇ ਦੁਆਰਾ ਸਾਡੇ ਜਨਮਾਂ ਜਨਮਾਂਤਰਾਂ ਦਾ ਇਹ ਰੋਗ ਘੱਟ ਹੁੰਦਾ ਹੈ। ਸਾਡਾ ਤਨ ਰੋਗੀ ਹੈ, ਤਨ ਸਰੀਰ ਰੋਗਾਂ ਦੇ ਨਾਲ ਭਰਿਆ ਹੋਇਆ ਹੈ। ਔਰ ਵੇਖ ਸਕਦੇ ਹੋ ਮੈਡੀਕਲ ਸਟੋਰ ਕਿਤਨੇ ਨੇ, ਉਹ ਦਵਾਈਆਂ ਦੇ ਨਾਲ ਭਰੇ ਹੋਏ ਨੇ। ਕਿਤਨੇ ਡਾਕਟਰ ਨੇ ਇਲਾਜ ਕਰਤਾ, ਪਰ ਫਿਰ ਵੀ ਇਹ ਸੰਸਾਰ ਦੀ ਜੋ ਡਾਕਟਰੀ ਹੈ ਇਹ ਕਿਤੇ ਨਾ ਕਿਤੇ ਆਣ ਕੇ ਫੇਲ ਹੋ ਜਾਂਦੀ ਹੈ। ਡਾਕਟਰਾਂ ਨੂੰ ਹੱਥ ਖੜੇ ਕਰਨੇ ਪੈ ਜਾਂਦੇ ਨੇ ਕਿ ਭਾਈ ਸਾਡੇ ਵੱਸ ਦੀ ਗੱਲ ਨਹੀਂ। ਪਰ ਮੇਰਾ ਵੈਦ ਗੁਰੂ ਗੋਬਿੰਦਾ ਸਤਿਗੁਰੂ ਪਾਤਸ਼ਾਹ ਦੇ ਕੋਲ ਇੱਕ ਦਵਾਈ ਹੈ ਜੋ ਸਾਰੇ ਰੋਗਾਂ ਨੂੰ ਠੀਕ ਕਰਦੀ ਹੈ। ਉਹ ਹੈ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਤਾਂ ਤੇ ਗੁਰੂ ਪਿਆਰਿਓ, ਆਪਣੇ ਜੀਵਨ ਵਿੱਚ ਸਾਨੂੰ ਇਸ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਸੋ ਇਹ ਗੁਰੂ ਤੋਂ ਮਿਲਦੀ ਹੈ ਦਵਾਈ। ਮੇਰਾ ਵੈਦ ਗੁਰੂ ਗੋਬਿੰਦਾ
ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ। ਇਹ ਗੁਰੂ ਨੇ ਜੋ ਨਾਮ ਰੂਪੀ ਦਵਾਈ ਦਿੱਤੀ ਹੈ, ਸਰੀਰ ਦੀਆਂ ਬਿਮਾਰੀਆਂ, ਮਨ ਦੀਆਂ ਬਿਮਾਰੀਆਂ, ਆਤਮਿਕ ਤੌਰ ਤੇ ਮਨੁੱਖ ਤੰਦਰੁਸਤ ਹੋ ਜਾਂਦਾ ਹੈ। ਮੇਰਾ ਗੁਰੂ ਐਸਾ ਸਮਰੱਥ ਹੈ, ਮੇਰਾ ਸਤਿਗੁਰ ਰਖਵਾਲਾ ਹੋਆ, ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਚਾਹੁੰਦੇ ਨੇ ਕਿ ਮਨੁੱਖ ਬਿਮਾਰ ਨਾ ਹੋਵੇ, ਕਿਸੇ ਨੂੰ ਕੋਈ ਬਿਮਾਰੀ ਨਾ ਰਹਿ ਜਾਏ। ਸਤਿਗੁਰੂ ਪਾਤਸ਼ਾਹ ਇਹ ਫਰੀ ਦਵਾਈ ਦਿੰਦੇ ਨੇ, ਨਾਮ ਦੀ, ਵਿਚਾਰ ਦੀ, ਗਿਆਨ ਦੀ, ਸਾਡੇ ਜੀਵਨ ਨੂੰ ਜੋ ਫੁੱਲਪੁਰਤਲਾ ਬਖਸ਼ਿਸ਼ ਕਰਦੀ ਹੈ। ਇਸ ਕਰਕੇ ਸਤ ਸੰਗੀ ਜਨੋ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਆਪ ਜੀ ਨੇ ਬਚਨ ਸਰਵਣ ਕੀਤੇ ਨੇ ਕਿ ਜਦ ਤੱਕ ਗੁਰੂ ਦੀ ਨਾਮ ਰੂਪੀ ਦਵਾਈ ਇਹ ਸਾਡੇ ਅੰਦਰ ਨਹੀਂ ਚਲੀ ਜਾਂਦੀ, ਤਦ ਤੱਕ ਸਾਡੇ ਰੋਗ ਦੂਰ ਨਹੀਂ ਹੋਣਗੇ। ਜਿਵੇਂ ਕਿ ਆਪਾਂ ਦਵਾਈ ਜੇ ਮੂੰਹ 'ਚ ਹੀ ਰੱਖ ਲਈਏ, ਪੇਟ ਵਿੱਚ ਜਾਵੇ ਨਾ, ਤੇ ਬਿਮਾਰੀ ਅੰਦਰ ਹੈ। ਇਸ ਕਰਕੇ ਜਿਵੇਂ ਪਰਦੇਸੀ ਜੀ ਨੇ ਆਖਿਆ ਕਿ ਧਿਆਨ ਅੰਤਰ ਹੋ ਕੇ ਇਸ ਦਵਾਈ ਨੂੰ ਆਪਣੇ ਸਵਾਸਾਂ ਦੇ ਦੁਆਰਾ ਅੰਦਰ ਲੈ ਕੇ ਜਾਣਾ ਹੈ, ਤਾਂ ਕਿ ਇਹ ਮਨ ਤੇ ਅਸਰ ਕਰੇ, ਆਤਮਾ ਤੇ ਅਸਰ ਕਰੇ। ਤਾਂ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਜਿਤਨੀਆਂ ਵੀ ਸਾਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ, ਇਹ ਗੁਰੂ ਪਾਤਸ਼ਾਹ ਦੂਰ ਕਰਦੇ ਨੇ। ਜਿਵੇਂ ਵੀ ਗੁਰੂ ਪਾਤਸ਼ਾਹ ਦੀ ਇਹ ਕਿਰਪਾ ਹੁੰਦੀ ਹੈ, ਹਰ ਰੋਜ਼ ਆਪਾਂ ਜੁੜਦੇ ਹਾਂ, ਕੋਈ ਬਾਣੀ ਪੜ੍ਹਦਾ ਹੈ, ਕੋਈ ਕਥਾ ਸੁਣਦਾ ਹੈ, ਕੋਈ ਕੀਰਤਨ ਸੁਣਦਾ ਹੈ, ਕੋਈ ਸੇਵਾ ਕਰਦਾ ਹੈ, ਪ੍ਰਭੂ ਦੀ ਵਿਚਾਰ ਦੇ ਨਾਲ ਜੁੜਦੇ ਨੇ, ਤੇ ਮਨ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਪਿਆਰ ਵਸਦਾ ਹੈ, ਭਾਉ ਵਸਦਾ ਹੈ, ਮਨੁੱਖ ਦਾ ਹਿਰਦਾ ਨਿਰਮਲ ਹੁੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਬਸ ਆਪਣੇ ਆਪ ਦੇ ਵਿੱਚ ਸਮਾ ਜਾ, ਲੀਨ ਹੋ ਜਾ। ਇਸ ਕਰਕੇ ਗੁਰੂ ਦੇ ਸ਼ਬਦ ਤੋਂ ਬਿਨਾ ਅਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਗੁਰੂ ਦਾ ਸ਼ਬਦ ਹੀ ਇੱਕ ਐਸੀ ਸ਼ਕਤੀ ਹੈ ਜੋ ਆਤਮਾ ਤੇ ਪਰਮਾਤਮਾ ਦਾ ਸੁਮੇਲ ਕਰਾਉਂਦੀ ਹੈ। ਕਿਉਂਕਿ ਗੁਰੂ ਨੇ ਨਿਜ ਦੀ ਘਰ ਦੀ ਗੱਲ ਕੀਤੀ ਹੈ। ਨਿਜ ਘਰ ਹੀ ਸਾਡਾ ਆਪਣਾ ਘਰ ਹੈ। ਇਸ ਸੰਸਾਰ ਦੇ ਘਰ ਇਹ ਸਾਡੇ ਆਪਣੇ ਘਰ ਨਹੀਂ, ਪਰਮਾਤਮਾ ਨੇ ਸਾਨੂੰ ਰਹਿਣ ਵਾਸਤੇ ਦਿੱਤੇ ਨੇ। ਇਹ ਘਰ ਛੱਡਣੇ ਰਹੇ ਨਾ ਕੋਈ। ਇਸ ਕਰਕੇ ਸਾਡਾ ਜੋ ਘਰ ਹੈ, ਪਰਮਾਤਮਾ ਦਾ ਘਰ ਹੀ ਸਾਡਾ ਆਪਣਾ ਘਰ ਹੈ। ਵਾਹਿਗੁਰੂ ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁ ਨਾ ਹੋਏਗੋ ਫੇਰਾ। ਇਸ ਕਰਕੇ ਗੁਰੂ ਪਿਆਰਿਓ, ਇਸ ਜੀਵਨ ਦੇ ਵਿੱਚ ਅਸੀਂ ਅਨੰਤ ਕਾਲ ਤੋਂ ਆਪਣੇ ਘਰ ਤੋਂ ਭਟਕੇ ਹੋਏ ਹਾਂ, ਆਪਣੇ ਘਰੋਂ ਨਿਕਲੇ ਹੋਏ ਹਾਂ। ਇਸ ਜੀਵਨ ਦੇ ਵਿੱਚ ਅਸੀਂ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹਾਂ, ਪਰ ਆਪਣੇ ਆਪ ਨਹੀਂ, ਗੁਰੂ ਦੇ ਵਿਚਾਰਾਂ ਦੇ ਨਾਲ। ਗੁਰੂ ਨੇ ਸਾਨੂੰ ਵਿਚਾਰਾਂ ਦਿੱਤੀਆਂ ਨੇ, ਸੇਵਾ ਤੇ ਸਿਮਰਨ ਕਰਨ ਦਾ ਇਹ ਸਾਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਸਮਾਂ ਹੈ ਸੇਵਾ ਤੇ ਸਿਮਰਨ ਦਾ। ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਸਾਡੇ ਜੀਵਨ ਵਿੱਚ ਆਨੰਦ ਭਇਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਦਾ ਮਿਲਾਪ ਸਾਨੂੰ ਉਸ ਆਨੰਦ ਦੀ ਅਵਸਥਾ ਵਿੱਚ ਲੈ ਜਾਂਦਾ ਹੈ ਜਿੱਥੇ ਆਨੰਦ, ਪਰਮ ਆਨੰਦ, ਮਹਾ ਆਨੰਦ ਭਏ, ਸੁਖ ਪਾਇਆ ਸੰਤਨ ਕੇ ਪ੍ਰਸਾਦੇ। ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਆਓ ਅਸੀਂ ਆਪਣੇ ਘਰ ਪਹੁੰਚਣਾ ਹੈ, ਤੇ ਪਹੁੰਚਣ ਵਾਸਤੇ ਹਿੰਮਤ ਜਟਾਉਣੀ ਪੈਂਦੀ ਹੈ। ਸਾਨੂੰ ਇਸ ਸੰਸਾਰ ਵਿੱਚ ਵੇਖਣਾ ਪੈਂਦਾ ਹੈ ਕਿ ਕੋਈ ਆਪਣੇ ਜੀਵਨ ਵਿੱਚ ਪਛੜਿਆ ਹੋਇਆ ਹੈ, ਕੋਈ ਲੋੜਵੰਦ ਹੈ, ਕੋਈ ਦੁਖੀਆ ਹੈ, ਦੁਖੀਆ ਦਰਦਬੰਦ ਦਰਿਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਸੋ ਇਸ ਵੇਲੇ ਸਤਸੰਗੀ ਜਨੋ, ਆਪ ਜੀ ਦੇ ਸਹਿਯੋਗ ਦੀ ਲੋੜ ਹੈ।
ਜੋ ਕਿ ਕਿਸਾਨ ਵੀਰ ਸੰਘਰਸ਼ ਕਰ ਰਹੇ ਨੇ ਔਰ ਉਹ ਆਪ ਜੀ ਵੱਲ ਵੇਖਦੇ ਨੇ ਕਿ ਤੁਸੀਂ ਵੀ ਸਪੋਰਟ ਕਰੋ ਔਰ ਬੇਅੰਤ ਸੰਗਤਾਂ ਸਪੋਰਟ ਕਰ ਰਹੀਆਂ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਤੇ ਸਿਰਫ ਜਿਹੜੇ ਅਜੇ ਤੱਕ ਵੀ ਸੁੱਤੇ ਪਏ ਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਭਾਵੇਂ ਦੂਰ ਦਰਾਡੇ ਬੈਠੇ ਹੋ ਉਹਨਾਂ ਨੂੰ ਹੌਸਲਾ ਦੇ ਸਕਦੇ ਹੋ। ਉਹਨਾਂ ਦੇ ਨਾਲ ਮਿਲ ਕੇ ਆਪਾਂ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਈਏ। ਜੋ ਕੁਝ ਵੀ ਆਪ ਕਰ ਸਕਦੇ ਹੋ ਜ਼ਰੂਰ ਕਰੋ, ਕਿਉਂਕਿ ਗੁਰੂ ਪਾਤਸ਼ਾਹ ਦਾ ਜੋ ਵਿਧਾਨ ਹੈ ਉਹ ਹੀ ਹੈ ਕਿ ਰਲ ਮਿਲ ਕੇ ਚਲੋ, ਕਿ ਇਹ ਸੰਸਾਰ, ਸਾਰਾ ਸੰਸਾਰ ਕਹਿੰਦੇ ਬੱਚੇ ਨੇ ਉਸ ਪਰਮਾਤਮਾ ਦੇ, ਤੇ ਜਿਹੜਾ ਕੋਈ ਬੱਚਾ ਆਪਣੇ ਜੀਵਨ ਵਿੱਚ ਪਛੜਿਆ ਹੋਇਆ ਹੈ ਉਸ ਦੀ ਆਪਾਂ ਸਹਾਇਤਾ ਕਰੀਏ ਤਾਂ ਕਿ ਸਾਨੂੰ ਨਿੱਜ ਘਰ ਦੀ ਸਮਝ ਪਵੇ। ਗੁਰਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਸੋ ਆਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜੋ ਪਰਦੇਸੀ ਜੀ ਅਗਲੇ ਪੰਕਤੀਆਂ ਦੇ ਵਿੱਚ ਸਾਨੂੰ ਅਸੀਂ ਨਿੱਜ ਘਰ ਦੇ ਵਿੱਚ ਕਿਵੇਂ ਪਹੁੰਚ ਸਕਦੇ ਹਾਂ, ਵਾਹਿਗੁਰੂ ਜੀ। ਕਿਵੇਂ ਸਤਿਗੁਰੂ ਪਾਤਸ਼ਾਹ ਸਾਨੂੰ ਇਹ ਮਾਰਗਦਰਸ਼ਨ ਦੱਸ ਰਹੇ ਨੇ। ਸੋ ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਸੰਗਤ ਜੀ, ਅੱਜ ਦੇ ਉਪਦੇਸ਼ ਦੇ ਦੂਜੇ ਬੰਦ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ, ਸ਼ਬਦ ਸਲਾਹੀ ਮਨ ਵਸੇ, ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤਹਿ ਦੇਹ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਹਰ ਇੱਕੋ ਦਾਤਾ ਵਰਤਦਾ। ਉਹ ਇੱਕ ਅਕਾਲ ਪੁਰਖ ਹੀ ਵਰਤ ਰਿਹਾ ਹੈ ਸਭ ਵਿੱਚ, ਰਾਮ ਵਿੱਚ ਵੀ ਤੇ ਰਾਵਣ ਵਿੱਚ ਵੀ, ਅੱਜ ਦੇ ਜ਼ਾਬਰ ਵਿੱਚ ਵੀ ਤੇ ਅੱਜ ਦੇ ਸੰਗਤ ਵਿੱਚ ਵੀ ਉਹ ਇੱਕੋ ਦਾਤਾ ਵਰਤ ਰਿਹਾ ਹੈ। ਲੇਖਾ ਕਰਮਾਂ ਦਾ ਹੈ ਪਿਆਰਿਓ। ਤੋ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਟਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਇਸ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਨੇ ਆਪਣਾ ਉਧਾਰ ਤਾਂ ਕੀਤਾ ਹੀ ਕੀਤਾ ਹੈ, ਉਹਨਾਂ ਦੇ ਸਦਕੇ ਖਾਏ ਲੱਖ ਕਰੋੜ ਅਸੰਖ, ਤੇ ਉਹਨਾਂ ਦੇ ਸਦਕੇ ਕਈ ਤਰ ਗਏ। ਤੇ ਗੁਰੂ ਪਿਆਰਿਓ, ਮਹਾਰਾਜ ਜਦ ਇੱਕੋ ਹੀ ਵਰਤ ਰਹੇ ਨੇ, ਰਾਮ ਵਿੱਚ ਵੀ ਤੇ ਰਾਵਣ ਵਿੱਚ ਵੀ, ਤੇ ਗੁਰੂ ਪਿਆਰਿਓ ਹੁਣ ਮੈਨੂੰ ਆਪਣਾ ਜੀਵਨ ਸਵਾਰਨਾ ਹੈ ਤਾਂ ਸਤਿਗੁਰੂ ਦੀ ਲੋੜ ਹੈ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ, ਸ਼ਬਦ ਸਲਾਹੀ ਮਨ ਵਸੇ, ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ, ਜੇ ਭਾਵੈ ਤਹਿ ਦੇ। ਤੇ ਮਹਾਰਾਜ ਨੇ ਅੱਜ ਦੇ ਹੀ ਉਪਦੇਸ਼ ਵਿੱਚ ਬਖਸ਼ਿਸ਼ ਕਰ ਦਿੱਤੀ ਕਿ ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੀ ਹੋਏ ਸਾਧ ਸੰਗਤ ਜੀਓ, ਗੁਰੂ ਦਾ ਸ਼ਬਦ ਮੈਨੂੰ ਜੋ ਰਹਿਨੁਮਾਈ ਬਖਸ਼ ਰਿਹਾ ਹੈਗਾ ਵੇ, ਉਸ 'ਤੇ ਜਦੋਂ ਮੈਂ ਚੱਲਾਂਗਾ ਉਹਦੀ ਕਮਾਈ ਕਰਾਂਗਾ ਤੇ ਮੇਰਾ ਇਹ ਜੀਵਨ ਸਫਲਾ ਹੈ। ਤੇ ਸਤਿਗੁਰਾਂ ਜੀ ਨੇ ਜਿੱਥੇ ਸਾਨੂੰ ਸ਼ਬਦ ਨਾਲ ਜੋੜਿਆ ਹੈ ਉੱਥੇ ਇੱਕ ਸਿਧਾਂਤ ਬਖਸ਼ਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਸ ਨਾਮ ਦੀ ਉੱਚੀ ਕਮਾਈ ਤੱਕ ਪਹੁੰਚਣ ਵਾਸਤੇ ਮੈਨੂੰ ਕਿਰਤ ਕਰਨੀ ਹੈ, ਕਿਰਤ ਕਰਨੀ ਹੈ 9-10 ਦੀ। ਜੋ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਅਰਨਿੰਗ ਹੁੰਦੀ ਹੈ, ਮੈਂ ਉਹਦਾ 10% ਦਸ਼ਵੰਤ ਗੁਰੂ ਘਰ ਦੇ ਕਾਰਜਾਂ ਵਿੱਚ, ਸਮਾਜ ਦੀ ਭਲਾਈ ਵਾਸਤੇ ਪਾਵੇ ਹੀ ਹੈ। ਗੁਰੂ ਘਰ ਦੇ ਕਾਰਜਾਂ ਵਾਸਤੇ, ਗੁਰੂ ਘਰ ਦੇ ਵਿਚਕਾਰ ਲੰਗਰ, ਪੇਟ ਦੀ ਭੁੱਖ ਤੇ ਬਾਣੀ ਮਨ ਦੀ ਭੁੱਖ, 24 ਘੰਟੇ ਮਹਾਰਾਜ ਦੀ ਕਿਰਪਾ ਹੋ ਰਹੀ ਹੈ। ਉਹ ਸਿਧਾਂਤ ਸਤਿਗੁਰਾਂ ਨੇ ਆਪਣੇ ਬੱਚਿਆਂ ਨੂੰ ਬਖਸ਼ਿਆ ਹੈ ਕਿ ਆਪ ਜੀਆਂ ਨੇ ਆਪਣੇ ਕਮਾਈ 'ਚੋਂ 10% ਦਸਵੰਤ ਸਮਾਜ ਦੇ ਕਾਰਜਾਂ ਵਿੱਚ, ਭਲਾਈ ਦੇ ਕਾਰਜਾਂ ਵਿੱਚ ਲਾਣਾ ਹੈ। ਇਸ ਦੇ ਨਾਲ ਖਾਵੋ ਖਰਚੋ ਰਲ ਮਿਲ ਪਾਈ, ਟੋਟ ਨਾ ਆਵੇ, ਵੱਧ ਹੋ ਜਾਈ, ਇਸ ਘਰ ਤੋਂ ਖੁਸ਼ੀਆਂ ਕਣੇਰੀਆਂ ਮਿਲਦੀਆਂ ਨੇ। ਤੋ ਗੁਰੂ ਪਿਆਰਿਓ, ਅੱਜ ਦਾ ਜੋ ਸਮਾਂ ਹੈ, ਕਿਸਾਨ ਭਰਾ ਹੱਕ ਸੱਚ ਦੀ ਲੜਾਈ ਵਾਸਤੇ ਜੂਝ ਰਹੇ ਨੇ, ਜਿਸ ਦੇ ਵਿਚਕਾਰ ਅੱਜ ਕੁਛ ਰੂਹਾਂ, ਕੁਛ ਉੱਥੇ ਸੰਘਰਸ਼ ਕਰਦੇ ਹੋਇਆਂ ਜਾਣਿਆਂ ਅਣਜਾਣਿਆਂ ਵਿੱਚ ਉੱਥੇ ਕੁਛ ਸਰੀਰ ਆਪਣੇ ਜਾਨਾਂ ਗਵਾ ਰਹੇ ਨੇ, ਲਿਖੇ ਲੱਗ ਰਹੀਆਂ ਨੇ।
ਤੇ ਹੁਣ ਰਾਮ ਸਿੰਘ ਜੀ ਸਿੰਘਾਂ ਵਾਲੇ ਜੋ ਉੱਥੇ ਹੀ ਆਪਣਾ ਸਰੀਰ ਛੱਡ ਕੇ ਤੇ ਅਕਾਲ ਚਲਾਣਾ ਕਰ ਗਏ ਨੇ, ਦਾਸ 2 ਵਾਰੀ ਉਹਨਾਂ ਨਾਲ ਮਿਲਿਆ, ਅੱਧਾ ਘੰਟਾ, ਲੇਕਿਨ ਸ਼ਬਦ ਨਾਲ ਜੁੜੀ ਹੋਈ ਰੂਹ ਹੈ। ਇਹਨਾਂ ਦੀ ਸ਼ਹਾਦਤ ਲਿਖੇ ਲੱਗੀ ਹੈ ਤੇ ਸਾਨੂੰ ਇਤਿਹਾਸ ਹੀ ਮਹਾਰਾਜ ਨੇ ਬਖਸ਼ਿਆ ਹੈਗਾ ਵੇ ਕਿ ਜਿੱਥੇ ਮੇਰੇ ਪਾਤਸ਼ਾਹ ਨੇ, ਪੰਚਮ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤੇ 6ਵੇਂ ਰੂਪ ਵਿੱਚ ਭਗਤੀ ਦੇ ਨਾਲ ਆ ਕੇ ਸ਼ਕਤੀ ਬੈਠੀ, ਤੇ ਉੱਥੇ ਹੀ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ ਪੰਥ ਸਾਜਿਆ, ਤੇ ਆਪਣਾ ਸਰਬੰਸ ਬੱਚੇ ਪਿਤਾ ਜੀ ਲਿਖੇ ਲਾਏ। ਪਿਆਰਿਓ, ਅੱਜ ਉਹੀ ਕਿਰਪਾ ਸੰਗਤ ਤੇ ਵੀ ਬਖਸ਼ੀ ਹੈ। ਸੋ ਦੁਸ਼ਟਾਂ ਦਾ ਨਾਸ਼ ਹੋਣਾ ਹੈ, ਕਿਉਂਕਿ ਇਹ ਸ਼ਹਾਦਤਾਂ ਲਿਖੇ ਲੱਗੀਆਂ ਨੇ। ਇਹਨਾਂ ਸ਼ਹਾਦਤਾਂ ਦੇ ਸਦਕੇ ਹੀ ਠੱਲ ਪੈਣੀ ਹੈ। ਜੋ ਸਾਨੂੰ ਇਤਿਹਾਸ ਮਿਲਿਆ ਹੈ, ਇਹੀ ਇਤਿਹਾਸ ਫਿਰ ਦੁਹਰਾਇਆ ਗਿਆ ਹੈਗਾ ਵੇ। ਹੁਣ ਅਸਾਂ ਉੱਥੇ ਕੀ ਸਹਿਯੋਗ ਕਰਨਾ ਹੈ? ਅਸਾਂ ਆਪਣੇ ਧਨ ਨੂੰ ਤੇ ਆਪਣੇ ਮਨ ਨੂੰ ਉੱਥੇ ਪਹੁੰਚਾਉਣਾ ਹੈ। ਧਨ ਆਪ ਪਹੁੰਚਾ ਸਕਦੇ ਹਾਂ ਜਾਂ ਕਿਸੇ ਰਾਹੀਂ ਪਹੁੰਚਾ ਸਕਦੇ ਹਾਂ। ਪਹੁੰਚਾਓ ਪਿਆਰਿਓ, ਉੱਥੇ ਬਹੁਤ ਚੀਜ਼ਾਂ ਦੀ ਲੋੜ ਹੈ। ਅੰਨ ਦੇ ਇਲਾਵਾ ਅੱਜ ਉੱਥੇ ਸਰਦੀ ਦਾ ਸਮਾਂ ਹੈ। ਕਈ ਸਾਡੇ ਕਿਸਾਨ ਭਰਾ ਸਰਦੀ ਦੀ ਠੰਡ ਕਰਕੇ ਆਪਣੀਆਂ ਜਾਨਾਂ ਉੱਥੇ ਗਵਾ ਚੁੱਕੇ ਨੇ, ਮਜਬੂਰੀ 'ਚ ਬੈਠੇ ਨੇ ਪਿਆਰਿਓ, ਸੱਚ ਹੱਕ ਦੀ ਲੜਾਈ ਕਰਕੇ ਬੈਠੇ ਨੇ। ਉਹਨਾਂ ਨੂੰ ਆਪ ਜੀ ਪੂਰਾ ਸਹਿਯੋਗ ਦੇਣ ਦੇ ਯਤਨ ਕਰੋ। ਉੱਥੇ ਗਰਮ ਪਾਣੀ ਦੀ ਲੋੜ ਹੈ, ਲੱਕੜਾਂ ਦੀ ਲੋੜ ਹੈ, ਨਿੱਘ ਪਾਉਣ ਵਾਸਤੇ ਉਹਨਾਂ ਸਰੀਰਾਂ ਨੂੰ ਜਿਹੜੇ ਸਵੇਰੇ ਉੱਠਦੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਪਿਆਰਿਓ, ਉਹਨਾਂ ਦੀ ਅਸੀਸ ਸਾਡੇ ਘਰ ਤੱਕ ਪਹੁੰਚੇਗੀ। ਤੇ ਜਿੱਥੇ ਅਸੀਂ ਉਹਨਾਂ 'ਤੇ ਦਸ਼ਵੰਤ ਪਹੁੰਚਾ ਕੇ ਇਹ ਕਾਰਜ ਨਿਭਾਈਏ, ਉੱਥੇ ਹੀ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ, ਇੱਕ ਚੌਪਈ ਸਾਹਿਬ ਦਾ ਪਾਠ ਤੇ ਅਰਦਾਸ ਜੋਦੜੀ ਕਰੀਏ ਆਪਣੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਆਪ ਜੀ ਭੁੱਲਿਆਂ ਨੂੰ ਰਾਹ ਪਾਓ, ਕਿਉਂਕਿ ਰਾਮ ਵਿੱਚ ਵੀ ਤੁਸੀਂ ਵਸ ਰਹੇ ਹੋ ਤੇ ਰਾਵਣ ਵਿੱਚ ਵੀ ਤੁਸੀਂ ਵਸ ਰਹੇ ਹੋ। ਤੁਸੀਂ ਹੀ ਸੁਮਤ ਬਖਸ਼ੋ। ਤੇ ਇੱਥੇ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਹਰ ਇੱਕੋ ਦਾਤਾ ਵਰਤਦਾ, ਉਹ ਇੱਕੋ ਹੀ ਦਾਤਾ ਵਰਤ ਰਿਹਾ ਹੈ, ਰਾਮ ਵਿੱਚ ਵੀ ਰਾਵਣ ਵਿੱਚ ਵੀ। ਸ਼ਬਦ ਸਲਾਹੀ ਮਨ ਵਸੇ, ਸਹਿਜੇ ਹੀ ਸੁਖ ਹੋਏ। ਇਹ ਸ਼ਬਦ ਸਲਾਣਾ ਜਿਸ ਨੂੰ ਬਖਸ਼ੀ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਆ ਜੇ ਇਹ ਬਾਣੀ ਵਸ ਜਾਏ ਇਸ ਰਸਨਾ ਵਿੱਚ। ਤੇ ਰਸਨਾ ਤੋਂ ਕਿਤੇ ਅੰਦਰ ਵਸ ਗਈ ਤੇ ਕੁੱਲਾਂ ਤਾਰ ਲਾਂਗੇ ਪਿਆਰਿਓ। ਸ਼ਬਦ ਸਲਾਹੀ ਮਨ ਵਸੇ, ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ, ਜੇ ਭਾਵੈ ਤੇ ਦੇਹ। ਸਭ ਨੂੰ ਵੇਖ ਰਿਹਾ ਹੈ, ਸਭ ਨੂੰ ਵੇਖ ਰਿਹਾ ਹੈ। ਇਤਨਾ ਜਿਹਾ ਕਰਦਾ ਹਾਂ, ਇਤਨਾ ਕਣੇਣਾ ਮਿਲਦਾ ਹੈ। ਸੋ ਅਸੀਂ ਗੁਰਮਤਿ ਵੱਲ ਚਲੀਏ, ਗੁਰਮੁਖ ਹੋਈਏ, ਮਨਮੁਖ ਤਿਆਗੀਏ। ਇਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਦੂਜੇ ਬੰਦ ਵਿੱਚ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਸਾਨੂੰ ਇਹ ਸਮਝ ਪਈ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ। ਹਰ ਰੋਜ਼ ਆਪਾਂ ਪੜ੍ਹਦੇ ਹਾਂ, ਦਾਤੇ ਕੋਈ ਦੋ ਨਹੀਂ ਆ, ਕਿਉਂਕਿ ਸਨਾਤਨ ਧਰਮ ਦੇ ਵਿੱਚ ਮੰਨਿਆ ਗਿਆ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਕਿ 3 ਸ਼ਕਤੀਆਂ ਨੇ ਜੋ ਇਸ ਸੰਸਾਰ ਨੂੰ ਚਲਾਉਂਦੀਆਂ ਨੇ। ਵਾਹਿਗੁਰੂ। ਪਰ ਸਤਿਗੁਰੂ ਨੇ ਇਹ ਕਲੀਅਰ ਕੀਤਾ ਹੈ ਕਿ ਵਿਸ਼ਨੂੰ ਵੀ ਉਹ ਆਪ ਹੀ ਹੈ, ਵਾਹਿਗੁਰੂ। ਬ੍ਰਹਮਾ ਵੀ ਆਪ ਹੀ ਹੈ ਤੇ ਮਹੇਸ਼ ਵੀ ਆਪ ਹੀ ਹੈ। ਵਾਹਿਗੁਰੂ। ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਉਹਨਾਂ ਦੀ ਪ੍ਰਤਪਾਲਨਾ ਕਰਦਾ ਹੈ ਤੇ ਆਪ ਹੀ ਸ਼ਿੰਗਾਰ ਕਰਦਾ ਹੈ। ਹਰ ਇੱਕੋ ਦਾਤਾ ਵਰਤਦਾ, ਦੂਸਰਾ ਦਾਤਾ ਕੋਈ ਨਹੀਂ, ਇੱਕੋ ਹੀ ਦਾਤਾ ਹੈ। ਇੱਕ ਤੋਂ ਹੀ ਇਹ ਸੰਸਾਰ ਹੋਂਦ ਵਿੱਚ ਆਇਆ ਹੈ ਔਰ ਇੱਕ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਇਸ ਕਰਕੇ ਗੁਰਬਾਣੀ ਦਾ ਗਿਆਨ ਮਹਾਨ ਸਾਨੂੰ ਇੱਕ ਦਾਤੇ ਦੀ ਬਖਸ਼ਿਸ਼, ਇੱਕ ਦਾਤੇ ਦੀ ਦੱਸ ਕਿ ਇੱਕੋ ਹੀ ਦਾਤਾ ਜੋ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਹੈ। ਨਿਰਗੁਣ ਸਰੂਪ ਪਰਮਾਤਮਾ ਅਦ੍ਰਿਸ਼ਟ ਹੈ, ਉਹ ਨਜ਼ਰ ਹੀ ਨਹੀਂ ਆਉਂਦਾ, ਤੇ ਸਰਗੁਣ ਸਰੂਪ ਆ ਵਿਸ਼ਵ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਪਰਮਾਤਮਾ ਦਾ ਹੀ ਸਰੂਪ ਹੈ। ਪਰ ਇਸ ਸਰਗੁਣ ਸਰੂਪ ਦੇ ਵਿੱਚੋਂ ਆਪਾਂ ਨਿਰਗੁਣ ਸਰੂਪ ਪ੍ਰਗਟ ਕਰਨਾ ਹੈ, ਨਿਰਗੁਣ ਤੱਕ ਅਸੀਂ ਪਹੁੰਚਣਾ ਹੈ। ਨਿਰਗੁਣ ਆਪ,
ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਸ ਕਰਕੇ ਸਤਿਗੁਰੂ ਨੇ ਬਹੁਤ ਭਰਮ ਭੁਲੇਖੇ ਦੂਰ ਕੀਤੇ ਨੇ। ਵਾਹਿਗੁਰੂ 33 ਕਰੋੜ ਦੇਵਤਾ, ਕਿਹਦੀ ਕੋਈ ਪੂਜਾ ਕਰੇ ਤੇ ਕਿਹਦੀ ਨਾ ਕਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਪੂਜਾ ਕਰਨੀ ਹੈ ਇੱਕ ਦੀ। ਵਾਹਿਗੁਰੂ ਜਿਨ੍ਹਾਂ ਨੇ ਇੱਕ ਪ੍ਰਭੂ ਪਰਮਾਤਮਾ ਨੂੰ ਸਰਬ ਵਿਆਪਕ ਸਮਝ ਕੇ ਪੂਜਾ ਕਰਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਇੱਕ ਦਿਨ ਪਰਮਾਤਮਾ ਦੀ ਜੋਤ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਉਹਨਾਂ ਨੂੰ ਹੀ ਸਮਝ ਪਈ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਾਰ, ਦੇਂਦੇ ਤੋਟ ਨਾ ਵੀ ਅਗਣਤ ਭਰੇ ਭੰਡਾਰ। ਉਹ ਭੰਡਾਰੀ ਆਪ ਹੀ ਹੈ ਜੋ ਸਭ ਨੂੰ ਭੰਡਾਰ ਦੇ ਰਿਹਾ ਹੈ, ਸਭ ਦੇ ਜੀਵਨ ਨੂੰ ਪਰਖ ਰਿਹਾ ਹੈ, ਦੇਖ ਰਿਹਾ ਹੈ। ਜਿਵੇਂ ਜਿਵੇਂ ਜੀਵਾਂ ਨੂੰ ਲੋੜ ਹੈ, 4 ਪ੍ਰਕਾਰ ਦੇ ਜੀਵ ਨੇ, ਅੰਡਜ, ਜੇਰਜ, ਸੇਤਜ, ਉਤਭੁਜ। ਸਭ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹਿ ਰਵੰਤਾ। ਵਾਹਿਗੁਰੂ ਇਸ ਕਰਕੇ ਇਹ ਭਟਕਣ ਦੀ ਲੋੜ ਨਹੀਂ, ਪਰਮਾਤਮਾ ਇੱਕੋ ਹੀ ਹੈ ਤੇ ਇੱਕ ਦੇ ਨਾਲ ਆਪਾਂ ਜੁੜਨਾ ਹੈ, ਕਿਉਂਕਿ ਬਾਣੀ ਇੱਕ ਓੰਕਾਰ ਤੋਂ ਸ਼ੁਰੂ ਹੋਈ ਹੈ। ਜਿਤਨੇ ਵੀ ਗੁਰਬਾਣੀ ਦੇ ਸ਼ਬਦ ਨੇ, ਧੁਰਾ ਇੱਕੋ ਹੀ ਹੈ। ਇੱਕ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਇੱਕ ਤੇ ਜਾ ਕੇ ਸਮਾਪਤ ਹੁੰਦੀ ਹੈ। ਇਸ ਕਰਕੇ ਗੁਰੂ ਪਿਆਰਿਓ, ਉਸ ਇੱਕ ਨੂੰ ਖੋਜਣਾ ਹੈ, ਆਪਣੇ ਵਿੱਚੋਂ ਹੀ ਖੋਜਣਾ ਹੈ। ਇੱਕ ਦੀ ਜੋਤ ਹੀ ਸਾਡੇ ਅੰਦਰ ਜਗ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੁਆਰਾ ਜੋ ਸਾਡੇ ਅੰਦਰ ਜਗਮਗ ਕਰਦੀ ਹੋਈ ਪਰਮਾਤਮਾ ਦੀ ਜੋਤ ਜਗ ਰਹੀ ਹੈ। ਜਗਮਗ ਜੋਤ ਜਗੇ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਆਓ ਉਸ ਇੱਕ ਪ੍ਰਭੂ ਪਰਮਾਤਮਾ ਦੀ ਜੋਤ ਜੋ ਸਰਬ ਵਿਆਪਕ ਹੈ, ਉਸ ਜੋਤ ਦੇ ਦਰਸ਼ਨ ਹੀ ਪਰਮਾਤਮਾ ਦੇ ਦਰਸ਼ਨ ਨੇ। ਗੁਰਬਾਣੀ ਦੱਸਦੀ ਹੈ ਕਿ ਆਪਣੀ ਆਤਮਾ ਦੇ ਦਰਸ਼ਨ ਕਰ। ਜਿਸ ਦਿਨ ਤੂੰ ਆਪਣੀ ਆਤਮਾ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਪਾਤਸ਼ਾਹ ਪੁੱਛਦੇ ਨੇ, ਫਿਰ ਹੋਰ ਕਿਹੜਾ ਰੱਬ ਹੈ? ਇਹੀ ਰੱਬ ਹੈ ਜਿੱਥੇ ਤੱਕ ਤੂੰ ਪਹੁੰਚਣਾ ਹੈ। ਇਸ ਨੂੰ ਕਹਿੰਦੇ ਨੇ ਆਪਣਾ ਨਿਜ ਘਰ। ਥਿਰ ਘਰ ਬੈਸੋ ਹਰ ਜਨ ਪਿਆਰੇ। ਇਸ ਸਰੀਰ ਰੂਪੀ ਘਰ ਦੇ ਅੰਦਰ ਸਥਿਰ ਹੋ ਕੇ ਬੈਠ ਜਾ। ਸਤਿਗੁਰ ਤੁਮਰੇ ਕਾਜ ਸਵਾਰੇ। ਸਾਡੇ ਜੀਵਨ ਦਾ ਕਾਰਜ ਸੰਪੂਰਨ ਹੋਵੇਗਾ ਜਦੋਂ ਆਤਮਾ ਤੇ ਪਰਮਾਤਮਾ ਦਾ ਸੁਮੇਲ ਹੋਵੇਗਾ। ਇਹ ਪੂਰਨ ਸਤਿਗੁਰੂ ਹੀ ਸਮਰੱਥ ਹੈ, ਜੋ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। 5 ਸ਼ਬਦ ਤੁਨਕਾਰ ਧੁਨ ਤੈ ਬਾਜੇ ਸ਼ਬਦ ਨਿਸ਼ਾਨ। ਇਹ ਜੋ ਗੁਰਬਾਣੀ ਨੇ ਸਾਨੂੰ ਦੱਸਿਆ ਹੈ, ਇਹ ਸਾਡੇ ਅੰਦਰ ਦੀ ਹੀ ਵੇਦਨਾ ਹੈ। ਇਹ ਸਾਡੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਸ ਕਰਕੇ ਖੋਜੀ ਬਣਨਾ ਪੈਂਦਾ ਹੈ। ਧਿਆਨਾਂਤਰ ਹੋ ਕੇ ਆਪਣੇ ਆਪ ਨੂੰ ਅੰਦਰੋਂ ਪੜ੍ਹਨਾ ਪੈਂਦਾ ਹੈ। ਜਿਨ੍ਹਾਂ ਨੇ ਪੜ੍ਹਿਆ ਹੈ, ਕਾਇਆ ਕਾਗਦ ਮਨ ਪ੍ਰਵਾਣਾ, ਸਿਰ ਕੇ ਲੇਖ ਨ ਪੜ੍ਹੇ ਇਹ ਆਣਾ। ਮਨੁੱਖ ਨੇ ਦੁਨੀਆ ਦੀ ਪੜ੍ਹਾਈ ਤੇ ਬੜੀ ਕੀਤੀ ਹੈ, ਪਰ ਆਪਣੇ ਆਪ ਨੂੰ ਨਹੀਂ ਪੜ੍ਹਿਆ। ਇਸ ਕਰਕੇ ਲੇਖਾ ਦੇਣਾ ਤੇਰੇ ਸਿਰ ਰਿਹਾ। ਲੇਖਾ ਚੋਖਾ ਕਰਮਾਂ ਦਾ ਜੋ ਹੈ, ਉਹ ਮਨੁੱਖ ਫਿਰ ਨਾਲ ਲੈ ਕੇ ਹੀ ਤੁਰਿਆ ਰਹਿੰਦਾ ਹੈ। ਪਰ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਇੱਥੇ ਸਭ ਕੁਝ ਸਮਾਪਤ ਹੋ ਜਾਵੇਗਾ। ਕਰ ਅਰਦਾਸ ਗਾਵ ਕਿਛ ਬਾਕੀ, ਲੇਹੋ ਨਵੇਰ ਆਜ ਕੀ ਰਾਤੀ। ਇਸ ਜੀਵਨ ਦੇ ਵਿੱਚ ਇਹ ਨਿਵੇੜਾ ਹੋ ਸਕਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਕਿ ਸਭਨਾਂ ਉੱਤੇ ਉਸ ਪਰਮਾਤਮਾ ਦੀ ਹੀ ਨਜ਼ਰ ਹੈ ਤੇ ਉਹ ਆਪ ਹੀ ਮਨੁੱਖਾਂ ਵੱਲ, ਜੀਵਾਂ ਵੱਲ, ਜੋ ਵੀ ਜੀਵ ਜੰਤ ਨੇ ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ, ਸਭ ਦੇ ਵਿੱਚ ਉਹ ਆਪ ਹੀ ਵਰਤਦਾ ਹੈ। ਲੇਕਿਨ ਸਾਡੇ ਕੋਲ ਉਹ ਨਜ਼ਰ ਨਹੀਂ ਹੈ, ਸਾਡੇ ਕੋਲ ਉਹ ਅੱਖ ਨਹੀਂ ਹੈ ਜਿਸ ਦੇ ਨਾਲ ਆਪਾਂ ਦੇਖ ਸਕੀਏ। ਅੱਖ ਸਾਡੇ ਕੋਲ ਹੈ ਪਰ ਉਹ ਬੰਦ ਹੈ। ਗੁਰੂ ਪਾਤਸ਼ਾਹ ਕਹਿੰਦੇ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖ ਜਿਹੜੀ ਤੇਰੀ ਬੰਦ ਹੈ ਨਾ, ਉਹ ਖੋਲ।
ਵਾਹਿਗੁਰੂ। ਅੱਖੀਆਂ ਨੂੰ ਖੋਲ ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਲੋਕ ਤੇ ਪਰਲੋਕ ਦੀ ਸਮਝ ਪਵੇਗੀ। ਸੋ ਆਓ, ਜੀਵਨ ਬੜਾ ਮਹਿੰਗਾ ਹੈ ਤੇ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਹੈ। ਆਓ ਇਸ ਜੀਵਨ ਦੇ ਵਿੱਚ ਆਪਾਂ ਕਮਾਈ ਕਰਨੀ ਹੈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਨੂੰ ਕੁਝ ਕਰਨ ਵਾਸਤੇ ਪ੍ਰੇਰਨਾ ਦਿੰਦੇ ਨੇ। ਸੇਵਾ ਤੇ ਸਿਮਰਨ ਕਰਦਿਆਂ ਹੋਇਆਂ ਅਸੀਂ ਆਪਣੇ ਨਿੱਜ ਘਰ ਵਿੱਚ ਪਹੁੰਚ ਸਕਦੇ ਹਾਂ। ਸੋ ਆਓ, ਅਗਲੀਆਂ ਜੋ ਪੰਕਤੀਆਂ ਨੇ ਉਹ ਪਰਦੇਸੀ ਸਾਹਿਬ ਆਪ ਜੀ ਦੇ ਸਾਹਮਣੇ ਰੱਖ ਰਹੇ ਨੇ। ਹਾਂਜੀ। ਵਾਹਿਗੁਰੂ ਜੀ। ਹਉਮੈ ਸਭਾ ਗਣਤ ਹੈ, ਗਣਤੇ ਨਾਉ ਸੁਖ ਨਾਹੇ। ਬਿਖ ਕੀ ਕਾਰ ਕਮਾਉਣੀ, ਬਿਖ ਹੀ ਮਾਂ ਸਮਾਏ। ਬਿਨ ਨਾਵੇਂ ਠੌਰ ਨਾ ਪਾਇਨੀ, ਜੰਪੁਰ ਦੁੱਖ ਸਹਾਏ। ਤੀਜੇ ਬੰਦ ਵਿੱਚ ਗੁਰੂ ਅਮਰ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਮਨਮੁਖ ਦੀ ਅਵਸਥਾ ਕੀ ਹੈ? ਮਨਮੁਖ ਆਪਣੇ ਮਨ ਦੇ ਲਾਲਚ ਤੇ ਆਪਣੇ ਮਨ ਦੇ ਬਹਿਕਾਵੇ 'ਚ ਆ ਕੇ ਦੁਨਿਆਵੀ ਤੇ ਬਾਹਰ ਦੀ ਮਾਇਆ ਦੇ ਨਾਲ ਪਿਆਰ ਪਾ ਬੈਠਦਾ ਹੈ। ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਾਇਆ ਮਮਤਾ ਮੋਹਣੀ, ਵਿਣ ਦੰਤਾ ਜਗ ਖਾਏ। ਐਸੀ ਮੋਹਣੀ ਹੈ, ਦੰਦ ਨਹੀਂ ਨੇ, ਜਗ ਨੂੰ ਖਾ ਰਹੀ ਹੈ। ਫਿਰ ਮਹਾਰਾਜ ਕਹਿੰਦੇ ਨੇ, ਮਾਇਆ ਨਾਗਨੀ ਜਗਤ ਲਿਆ ਲਪਟਾਏ। ਜੋ ਜੋ ਇਹਦੀ ਸੇਵਾ ਕਰੇ ਉਸੇ ਨੂੰ ਫਿਰ ਖਾਏ। ਤੇ ਪਿਆਰਿਓ, ਜਦੋਂ ਮਾਇਆ ਦੇ ਅਧੀਨ ਹੋ ਕੇ ਮੈਂ ਕਰਮ ਕਰਦਾ ਹਾਂ ਤਾਂ ਢਹਿਣ ਦੀ ਕਲਾ ਸ਼ੁਰੂ ਹੋ ਜਾਂਦੀ ਹੈ। ਹਉਮੈ, ਅਹੰਕਾਰ, ਮੈਂ ਠੀਕ ਹਾਂ, ਮੈਂ ਇਹ ਕਰਤਾ, ਮੈਂ ਉਹ ਕਰ ਦਿੱਤਾ, ਇਹ ਪ੍ਰਬਲ ਹੁੰਦਾ ਜਾਂਦਾ ਹੈ। ਜਦੋਂ ਇਹ ਪ੍ਰਬਲ ਹੋ ਜਾਂਦਾ ਹੈ ਫਿਰ ਕੁਛ ਦਇਆ ਨਹੀਂ ਹੁੰਦੀ, ਕਿਸੇ ਦਾ ਦਰਦ ਨਹੀਂ ਸਮਝ ਆਉਂਦਾ। ਫਿਰ ਅਹੰਕਾਰ ਇਹ ਸਿਰ ਤੇ ਚੜ੍ਹ ਕੇ ਬੋਲਦਾ ਹੈ। ਤੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹਉਮੈ ਸਭਾ ਗਣਤ ਹੈ, ਗਣਤੇ ਨਾਉ ਸੁਖ ਨਾਏ। ਇਹ ਹਉਮੈ ਦੀ ਗਣਤ ਦੇ ਵਾਧੇ ਪੈਂਦੇ ਜਾਂਦੇ ਨੇ। ਜਿਹੜਾ ਅਧਿਆਤਮਿਕ ਸੁੱਖ ਹੈ, ਅੰਜਨ ਮਾਹੇ ਨਿਰੰਜਨ ਰਹੀਏ, ਇਹ ਨਹੀਂ ਪਾ ਸਕਦਾ। ਫਿਰ ਦੁੱਖਾਂ 'ਚ ਗਲਤੂਨ ਹੁੰਦਾ ਹੈਗਾ। ਫਿਰ ਉਸਨੂੰ ਸੱਚ ਤੇ ਝੂਠ ਦਾ ਭੇਦ ਨਹੀਂ ਰਹਿ ਜਾਂਦਾ, ਉਸਨੂੰ ਚੰਗਾ ਬੁਰਾ ਨਹੀਂ ਸਮਝ ਆਉਂਦਾ, ਉਸਨੂੰ ਦਇਆ ਕੀ ਹੈ ਇਹ ਨਹੀਂ ਸਮਝ ਆਉਂਦਾ, ਧਰਮ ਕੀ ਹੈ ਇਹ ਨਹੀਂ ਸਮਝ ਆਉਂਦਾ। ਪਿਆਰਿਓ, ਅੱਜ ਇਹ ਸਾਨੂੰ ਦੇਖਣ ਨੂੰ ਮਿਲਦਾ ਪਿਆ ਹੈ। ਜਿਸ ਨੂੰ ਅਸਾਂ ਨੇ ਹੀ ਰਾਜਾ ਬਣਾਇਆ ਹੈ ਕਿ ਸਾਡੀ ਸਹੂਲਤ ਵਾਸਤੇ ਤੁਸਾਂ ਨੇ ਕਾਰਜ ਕਰਨੇ ਨੇ, ਤੇ ਅੱਜ ਮੇਰੇ ਹੀ ਦੇਸ਼ ਦੇ ਕੁਝ ਪ੍ਰਜਾ ਨੂੰ ਲੋੜ ਹੈ ਵਿਚਾਰਾਂ ਦੀ, ਤੇ ਮੇਰਾ ਹੀ ਰਾਜਾ ਬਣਾਇਆ ਹੈ, ਮੇਰੇ ਨਾਲ ਆ ਕੇ ਬੈਠਣਾ ਚਾਹੀਦਾ ਹੈ। ਉਹਦਾ ਫਰਜ਼ ਹੀ ਇਹੀ ਹੈ। ਲੇਕਿਨ ਮਾਇਆ ਦੇ ਗਲਤੂਨ ਵਿੱਚ ਅੱਜ ਨਾ ਮਾਇਆ ਨੂੰ ਕਿਉਂਕਿ ਛੱਡ ਨਹੀਂ ਪਾ ਰਹੇ ਮਾਇਆ, ਤੇ ਸੱਚ ਦੇ ਸਮੁਖ ਨਹੀਂ ਹੋ ਪਾ ਰਹੇ। ਤੋ ਪਿਆਰਿਓ, ਇੱਥੇ ਕਰਮ ਕਰਕੇ ਮੈਂ ਰਾਵਣ ਬਣਨਾ ਹੈ ਜਾਂ ਕਰਮ ਕਰਕੇ ਮੈਂ ਰਾਮ ਬਣਨਾ ਹੈ, ਇਹ ਮੇਰੇ ਸੱਚੇ ਗੁਰੂ ਤੋਂ ਮੈਨੂੰ ਰਹਿਨੁਮਾਈ ਮਿਲਦੀ ਹੈ। ਗੁਰਬਾਣੀ ਇਸ ਜਗ ਮੇਂ ਚਾਨਣ ਕਰਮ ਵਸੇ ਮਨ ਆਏ। ਤੇ ਜਦੋਂ ਗੁਰੂ ਮੇਰਾ ਕਹਿੰਦਾ ਹੈ, ਮੈਂ ਗੁਰਮੁਖ ਹੋ ਕੇ ਜਦੋਂ ਕਰਮ ਕਰਦਾ ਹਾਂ ਤੇ ਨਾਮ ਵਸੇਗਾ। ਤੇ ਨਾਮ ਕਿਵੇਂ ਵਸੇਗਾ? ਜਦੋਂ ਇਹ ਹੱਥ ਸੇਵਾ 'ਚ ਲੱਗਣਗੇ। ਮੇਰੀ ਕਿਰਤ ਵਿਚਕਾਰੋਂ ਦਸ਼ਵੰਤ ਨਿਕਲੇਗਾ ਭਲੇ ਵਾਸਤੇ। ਪਿਆਰਿਓ, ਦਸ਼ਵੰਤ ਵੀ ਅੱਖਾਂ ਖੋਲ ਕੇ ਕਰਨਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਖੇਤ ਪਛਾਣੇ ਬੀਜੇ ਦਾਨ। ਅੱਖਾਂ ਖੋਲੋ ਪਿਆਰਿਓ, ਸੁਚੇਤ ਹੋ। ਤੁਹਾਡਾ ਦਸ਼ਵੰਤ ਵੀ ਕਿਤੇ ਜ਼ਾਲਮਾਂ ਦੇ ਹੱਥ ਨਾ ਲੱਗੇ। ਉਹਨਾਂ ਨੇ ਜ਼ੁਲਮ ਕਮਾਣਾ, ਤੁਹਾਨੂੰ ਉਹਦੀ ਵਾਈਬ੍ਰੇਸ਼ਨ ਵਿੱਚ ਕੁਛ ਨਾ ਕੁਛ ਮਾੜਾ ਪਹੁੰਚ ਜਾਣਾ। ਅੱਖਾਂ ਖੋਲੋ, ਸੱਚ ਨਾਲ ਜੁੜੋ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਬੱਚੇ ਹੋ। ਜਿੱਥੇ ਮੇਰੇ ਪਾਤਸ਼ਾਹ ਨੇ ਸਾਨੂੰ ਸਤ ਸੰਤੋਖ ਬਖਸ਼ਿਆ, ਸਬਰ ਬਖਸ਼ਿਆ, ਤੇ ਉੱਥੇ ਹੀ ਮੇਰੇ 6ਵੇਂ ਪਾਤਸ਼ਾਹ ਨੇ ਗੁਰਦਾਸ ਜੀ ਮਹਾਰਾਜ, ਗੁਰਦਾਸ ਜੀ ਵਚਨ ਕਰ ਰਹੇ ਨੇ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ, ਮੂਰਤ ਹਰ ਗੋਬਿੰਦ ਸਵਾਰੀ। ਇਹ ਸਬਰ ਸੰਤੋਖ ਦਾ ਜੋ ਸਾਨੂੰ ਸਮਾਜ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਦੇ ਕੇ ਸਾਨੂੰ 6ਵੇਂ ਪਾਤਸ਼ਾਹ ਦੇ ਲੜ ਲਾ ਕੇ ਗਏ ਨੇ,
ਉੱਠੇ ਮੇਰੇ ਪਾਤਸ਼ਾਹ ਨੇ ਆਂਦਿਆਂ ਹੀ ਮੀਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ। ਖਾਲਸਾ ਪੰਥ ਉਸ ਦਿਨ ਤੋਂ ਸ਼ਸਤਰਧਾਰੀ ਹੋਇਆ। ਸ਼ਸਤਰਧਾਰੀ ਤੋਂ ਭਾਵ ਖਾਲਸਾ ਸੱਚ ਦੀ ਢਾਲ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਫੌਜ। ਖਾਲਸਾ ਸੱਚ ਦੇ ਵਾਸਤੇ ਆਪਣੀ ਜਾਨ ਗਵਾਏਗਾ, ਆਪਣੀ ਜਾਨ ਲੇਖੇ ਲਾਏਗਾ, ਜ਼ੁਲਮ ਨਹੀਂ ਹੋਣ ਦੇਗਾ। ਮਹਾਰਾਜ ਨੇ ਪੰਥ ਸਾਜਿਆ, ਪਹਿਲੇ ਉੱਠੇ ਹੀ ਦਇਆ। ਪਹਿਲੇ ਪਾਤਸ਼ਾਹ ਕਹਿ ਰਹੇ ਨੇ ਧੌਲ ਧਰਮ ਦਇਆ ਕਾ ਪੂਤ। ਤੇ ਮੇਰੇ 10ਵੇਂ ਪਾਤਸ਼ਾਹ ਨੇ ਜਦੋਂ ਸਿਰ ਮੰਗਿਆ ਤੇ ਪਹਿਲੇ ਉੱਠੀ ਵੀ ਦਇਆ। ਔਰ ਮੇਰੇ ਮਹਾਰਾਜ ਨੇ ਦਇਆ ਕੱਢੀ ਕਿੱਥੋਂ? ਉੱਥੋਂ ਜਿੱਥੋਂ ਸਭ ਤੋਂ ਜ਼ਿਆਦਾ ਜ਼ੁਲਮ ਹੋਇਆ। ਭਾਈ ਦਇਆ ਸਿੰਘ ਜੀ ਲਾਹੌਰ ਸ਼ਹਿਰ ਦੇ ਵਾਸੀ ਨੇ, ਸਮਰੱਥ ਗੁਰੂ ਹੈ। ਦਿਨ ਨੂੰ ਰਾਤ, ਰਾਤ ਨੂੰ ਦਿਨ ਕਰਨ ਦੀ ਸਮਰੱਥਤਾ ਹੈ। ਜਿੱਥੇ ਜ਼ਾਲਮ ਪੈਦਾ ਹੁੰਦੇ ਨੇ ਉੱਥੋਂ ਮੇਰੇ ਪਾਤਸ਼ਾਹ ਨੇ ਦਇਆ ਕੱਢੀ। ਜਿੱਥੇ ਅਧਰਮ ਹੋਇਆ ਹੈ ਉੱਥੋਂ ਮੇਰੇ ਪਾਤਸ਼ਾਹ ਨੇ ਧਰਮ ਕੱਢਿਆ ਹੈ। ਭਾਈ ਧਰਮ ਰਾਏ ਜੀ ਉੱਥੋਂ ਦੇ ਵਾਸੀ ਨੇ ਜਿੱਥੇ ਅਧਰਮ ਕਰਕੇ ਤੇ ਬੜੇ ਕਾਰਜ ਕੀਤੇ ਗਏ ਨੇ। ਭਾਈ ਹਿੰਮਤ ਸਿੰਘ ਜੀ ਮੇਰੇ ਪਾਤਸ਼ਾਹ ਨੇ ਉੱਥੋਂ ਕੱਢੇ ਨੇ ਜਿੱਥੇ ਅੱਜ ਵੀ ਵਿਚਾਰੇ ਡਰਦੇ ਨੇ, ਡੰਡੇ ਖਾਂਦੇ ਨੇ ਤੇ ਮਾਇਆ ਦੇਈ ਜਾਂਦੇ ਨੇ ਤੇ ਬਸ ਜਿਵੇਂ ਕਹੋ ਉਵੇਂ ਗੁਲਾਮੀ ਕਰੀ ਜਾਂਦੇ ਨੇ। ਅੱਜ ਆਜ਼ਾਦ ਮੁਲਕ ਵਿੱਚ ਵੀ ਉੱਠੇ, ਅੱਜ ਵੀ ਡੰਡੇ ਖਾ ਰਹੇ ਨੇ। ਮੇਰੇ ਪਾਤਸ਼ਾਹ ਨੇ ਦਇਆ ਹਿੰਮਤ ਉੱਥੋਂ ਕੱਢੀ। ਤੋ ਗੁਰੂ ਪਿਆਰਿਓ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ 6ਵੇਂ ਰੂਪ ਵਿੱਚ ਮੀਰੀ ਅਤੇ ਪੀਰੀ ਦਾ ਅਧਿਆਇ ਸਾਨੂੰ ਬਖਸ਼ਿਆ। ਅੱਜ ਜ਼ਬਰ ਨਾਲ ਲੜਨ ਵਾਸਤੇ ਸਾਨੂੰ ਸਬਰ ਦਾ ਜੋ ਅਧਿਆਇ ਹੈ ਉਹ ਮੇਰੇ ਪਾਤਸ਼ਾਹ ਨੇ ਹੀ ਬਖਸ਼ਿਆ ਹੈ, ਜਿਹਦੇ ਸਦਕੇ ਅੱਜ ਇਹ ਕਿਸਾਨਾਂ ਦੇ ਸਰੀਰ ਲੇਖੇ ਲੱਗੇ ਨੇ। ਇਹ ਨਾਮ ਜਪਣ ਵਾਲੀ ਰੂਹ ਅੱਜ ਆਪਣਾ ਲੇਖਾ ਜੋਖਾ ਉਸ ਦਰਗਾਹ ਵਿੱਚ ਪੂਰਾ ਕਰਕੇ ਗਈ ਹੈਗੀ ਹੈ। ਇਹ ਬੇਅਰਥ ਨਹੀਂ ਜਾਣੇ, ਇਹ ਸੱਚ ਨੇ ਜਿੱਤਣਾ ਹੈ। ਇਹ ਮੇਰੇ ਗੁਰੂ ਨਾਨਕ ਨੇ ਜੋ ਨੀਂਵ ਰੱਖੀ ਉਸ ਦੀਆਂ ਦੀਵਾਰਾਂ ਤੇ ਪਿਆਰਿਓ ਦਾਸ ਦੇ ਸਮਝਦਾ ਅੱਜ ਪਹਿਲਾ ਲੈਂਟਰ ਪੈ ਗਿਆ ਹੈ। ਅੱਗੇ ਚੜ੍ਹਦੀ ਕਲਾ ਹੈ, ਕਿਉਂਕਿ ਹੁਣ ਝੂਠ ਦੇ ਦਿਨ ਕੋਈ ਜ਼ਿਆਦਾ ਦੇਰ ਨਹੀਂ ਰਹਿਣੇ। ਬਾਣੀ ਅੱਜ ਅਸੀਂ ਤੁਸੀਂ ਵਿਚਾਰਾਂ ਤੱਕ ਪਹੁੰਚੇ ਹਾਂ, ਦਾਸ ਪੜ੍ਹਦਾ ਹੀ ਰਿਹਾ। ਇੱਦਾਂ ਪਿਆਰਿਆਂ ਨਾਲ ਮੇਲ ਹੋਇਆ ਹੈ, ਸੰਗਤ ਦਾ ਅਸੀਸ ਮਿਲੀ ਹੈਗੀ ਹੈ, ਵਿਚਾਰਾਂ ਤੇ ਆਏ ਹਾਂ। ਮਹਾਰਾਜ ਨੇ ਕਿਹਾ ਬੋਲਿਆ ਕਰੋ ਸੱਚ। ਅਸੀਂ ਝੂਠ ਬੋਲਣ 'ਚ ਅੱਗੇ ਹਾਂ, ਪਿੱਛੇ ਹਾਂ। ਜਿੱਥੇ ਅੱਜ ਅਸੀਂ ਵਸਦੇ ਪਏ ਹੈਗੇ ਹਾਂ, ਇੰਗਲੈਂਡ, ਯੂਰਪ, ਸੱਚ ਬੋਲਣ 'ਚ ਅੱਗੇ ਨੇ। ਨੈਚੁਰਲ ਰਿਸੋਰਸ ਕੋਲ ਕੁਝ ਨਹੀਂ ਨੇ, ਲੇਕਿਨ ਦੁਨਿਆਵੀ ਸੁੱਖ ਸੁਵਿਧਾਵਾਂ 'ਚ ਅੱਗੇ ਨੇ। ਕਿਉਂ? ਸੱਚ ਬੋਲਦੇ ਨੇ। ਗਲਤ ਕੀਤਾ ਹੈ। ਅਸੀਂ ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਹੋਰ ਝੂਠ ਬੋਲਦੇ ਹਾਂ, ਜਦ ਕਿ ਮੇਰਾ ਹੀ ਪਹਿਲਾ ਲੈਸਨ ਹੈ ਮੇਰਾ। ਜਿੱਥੇ ਮੈਂ ਉਸ ਸੱਚ ਨੂੰ ਧਿਆਣਾ ਹੈ, ਮੈਨੂੰ ਬੋਲਣਾ ਵੀ ਸੱਚ ਹੈ। ਮੇਰੇ ਕੋਲ ਗਲਤੀ ਹੋਈ ਹੈ, ਕਹਿਣਾ ਹੈ, ਐਕਸੈਪਟ ਕਰਨਾ ਹੈ। ਤੇ ਪਿਆਰਿਓ, ਅਗਰ ਸਾਡੇ ਅੱਜ ਦੇ ਹੁਕਮਰਾਨ ਕੋਲ ਵੀ ਕੋਈ ਗਲਤੀ ਹੋ ਗਈ ਹੈ ਤੇ ਬੈਠ ਜਾਓ, ਸਲਾਹ ਕਰੋ। ਸਲਾਹ ਦਾ ਵੱਡਾ ਹੈ ਦਾਮਨ। ਪ੍ਰਜਾ ਦਾ ਭਲਾ ਕਰਨ ਵਾਸਤੇ ਬੈਠੇ ਹੋ, ਭਲਾ ਕਰੋ। ਚੌਕੀਦਾਰ ਬਣੇ ਹੋ, ਠੇਕੇਦਾਰ ਨਾ ਬਣੋ। ਸੋ ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹੋਮੇ ਸਭਾ ਗਣਤ ਹੈ, ਗਣਤੇ ਨਾਉ ਸੁਖ ਨਾਏ। ਤੇ ਹੋਮੇ ਅਹੰਕਾਰ ਵਿੱਚ ਸੁਖ ਨਹੀਂ ਮਿਲਦਾ। ਬਿਖ ਕੀ ਕਾਰ ਕਮਾਉਣੀ, ਬਿਖ ਹੀ ਮਾਏ ਸਮਾਏ। ਇਹ ਮੈਂ ਬਿਖਦੀ ਕਾਰ ਕਮਾਉਂਦਾ ਰਹਾਂਗਾ, ਮਨਮੁਖੀ ਹੁੰਦਾ ਰਹਾਂਗਾ ਔਰ ਆਪਣੇ ਆਉਂਦੇ ਸਮੇਂ ਨੂੰ ਹੋਰ ਦੁਖੀ ਕਰਾਂਗਾ। ਹੋਰ ਮੈਂ ਇੱਦਾਂ ਦੇ ਕਰਮ ਬੀਜਾਂਗਾ ਕਿ ਮੈਨੂੰ ਕਦੇ ਸੂਅਰ ਦੀ ਜੂਨ ਮਿਲੇਗੀ ਤੇ ਕਦੀ ਹਾਥੀ ਦੀ ਮਿਲੇਗੀ। ਆਸਾਨੀ ਨਾਲ ਨਹੀਂ ਨਿਕਲਦੀ ਜਾਨ। ਬਿਨ ਨਾਵੇਂ ਠੌਰ ਨਾ ਪਾਹਨੀ, ਜੰਪੁਰ ਦੁੱਖ ਸਹਾਏ। ਫਿਰ ਨਾਮ ਤੋਂ ਬਗੈਰ ਮੈਨੂੰ ਠੌਰ ਨਹੀਂ ਮਿਲਣੀ, ਮੇਰਾ ਜਮਨ ਮਰਨ ਨਹੀਂ ਮੁੱਕਣਾ। ਕਦੇ ਮੈਂ ਬਿੱਲੀ, ਕਦੇ ਮੈਂ ਚੂਹਾ ਤੇ ਕਦੇ ਮੈਂ ਸੂਅਰ। ਜਾਨ ਬੜੀ ਔਖੀ ਨਿਕਲਦੀ ਹੈ। ਕਦੇ ਮੈਂ ਹਾਥੀ, ਬੜੀ ਔਖੀ ਜਾਨ ਨਿਕਲਦੀ ਹੈ। ਸੋ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ। ਵਾਹਿਗੁਰੂ ਜੀ। ਸੋ ਗੁਰੂ ਪ੍ਰੇਮੀ ਜਨੋ, ਇਸ ਬੰਦ ਦੇ ਵਿੱਚ ਪਰਦੇਸੀ ਜੀ ਨੇ ਸਬਰ ਤੇ ਸੰਤੋਖ ਦੀ ਗੱਲ ਕੀਤੀ ਹੈ, ਦਇਆ ਦੀ ਗੱਲ ਕੀਤੀ ਹੈ। ਇਹ ਮਨੁੱਖ ਦੇ ਵਿੱਚ ਸ਼ੁਭ ਗੁਣ ਹੋਣੇ ਚਾਹੀਦੇ ਨੇ। ਸਬਰ ਅੰਦਰ ਸਾਬਰੀ, ਤਨ ਏਵੇ ਜਲੇਨ, ਹੋਣ ਨਜੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ। ਸਬਰ ਵਾਲੇ ਜੋ ਪ੍ਰਮਾਤਮਾ ਦੇ ਬਿਲਕੁਲ ਨਜ਼ਦੀਕ ਨੇ, ਵਾਹਿਗੁਰੂ, ਪ੍ਰਮਾਤਮਾ ਦਾ ਸਰੂਪ ਹੋ ਚੁੱਕੇ ਨੇ, ਵਾਹਿਗੁਰੂ, ਉਹਨਾਂ ਦੇ ਦਰਸ਼ਨ ਆਪਾਂ ਗੁਰਬਾਣੀ ਦੇ ਵਿੱਚੋਂ ਕਰ ਸਕਦੇ ਹਾਂ। ਕਿਤਨੇ ਸਬਰ ਸੰਤੋਖ ਦੇ ਨਾਲ ਜਿਨ੍ਹਾਂ ਨੇ ਆਪਣੇ ਜੀਵਨ ਬਸਰ ਕੀਤੇ ਨੇ, ਤੇ ਸਾਨੂੰ ਵੀ ਉਹਨਾਂ ਨੇ ਇਹ ਗਿਆਨ ਦਿੱਤਾ ਹੈ
ਜਿਵੇਂ ਪਰਦੇਸੀ ਜੀ ਨੇ ਆਖਿਆ ਨਾ, ਧੌਲ ਧਰਮ ਦਇਆ ਕਾ ਪੂਤ। ਧਰਮ ਤੇ ਦਇਆ ਦਾ ਪੁੱਤਰ ਹੈ। ਜੇ ਸਾਡੇ ਵਿੱਚ ਦਇਆ ਨਹੀਂ, ਜੇ ਮਾਂ ਹੀ ਨਹੀਂ, ਤੇ ਪੁੱਤਰ ਕਿੱਥੋਂ ਜਨਮੇਗਾ। ਇਸ ਕਰਕੇ ਸਭ ਤੋਂ ਪਹਿਲਾਂ ਸਤਿਗੁਰੂ ਨੇ ਉਹਨਾਂ ਜੀਵਾਂ ਤੇ ਦਇਆ ਕਰਨ ਵਾਸਤੇ, ਜਿਹੜੇ ਬਹੁਤ ਸਮੇਂ ਤੋਂ ਲਤਾੜੇ ਹੋਏ ਨੇ, ਉਹਨਾਂ ਤੇ ਦਇਆ ਕਰਨੀ। ਜਿਨ੍ਹਾਂ ਨੇ ਦਇਆ ਕੀਤੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਵਾਹਿਗੁਰੂ। ਇੱਕ ਜੀਵ ਤੇ ਦਇਆ ਕੀਤੀ ਤੇ ਸਮਝ ਲੈਣਾ ਕਿ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਤੇ ਜੇ ਅਸੀਂ ਜ਼ਬਰ ਜ਼ੁਲਮ ਕਰਦੇ ਹਾਂ ਤਾਂ ਫਿਰ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਜ਼ੁਲਮ ਕਰਦਿਆਂ ਹੋਇਆਂ ਆਪਣੇ ਜੀਵਨ ਵਿੱਚ ਤੂੰ ਉਹ ਦੁੱਖ ਸਹੇੜ ਲੈਣਾ ਹੈ ਜਿਨ੍ਹਾਂ ਦਾ ਭੁਗਤਾਨ ਕਰਨ ਵੇਲੇ ਮਨੁੱਖ ਫਿਰ ਸੋਚਦਾ ਹੈ ਮੈਂ ਕੋਈ ਮਾੜਾ ਤਾਂ ਕੀਤਾ ਨਹੀਂ, ਫਿਰ ਵੀ ਅਸੀਂ ਨਹੀਂ ਮੰਨਦੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਤੂੰ ਕੀਤਾ ਹੈ ਨਾ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਵਾਹਿਗੁਰੂ। ਇਹ ਸਾਡੇ ਹੀ ਬੀਜ ਬੀਜੇ ਹੋਏ ਨੇ। ਵਾਹਿਗੁਰੂ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ। ਆਪ ਅਸਰ ਸਾਡੇ ਵਿੱਚ ਦੋਸ਼ ਨੇ, ਆਪ ਅਸੀਂ ਭੈੜੇ ਕਰਮ ਕੀਤੇ ਨੇ। ਜਦੋਂ ਉਹ ਪ੍ਰਗਟ ਹੁੰਦੇ ਨੇ ਦੁੱਖਾਂ ਦੇ ਰੂਪ ਵਿੱਚ, ਤੇ ਮਨੁੱਖ ਕਹਿੰਦਾ ਕਿ ਮੈਂ ਤੇ ਕੋਈ ਐਸਾ ਕਰਮ ਕੀਤਾ ਹੀ ਨਹੀਂ, ਮੈਨੂੰ ਦੁੱਖ ਕਿਉਂ ਆ ਰਹੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਤੇਰੇ ਨਾਲ ਕੋਈ ਵੈਰ ਥੋੜ੍ਹਾ ਆ, ਤੂੰ ਆਪ ਹੀ ਇਹ ਕੰਡੇ ਬੀਜੇ ਹੋਏ ਨੇ। ਤੇ ਹੁਣ ਜਦੋਂ ਦੁੱਖ ਰੂਪ ਦੇ ਵਿੱਚ ਮਿਲਦੇ ਨੇ, ਹੁਣ ਤੂੰ ਸਬਰ ਕਰ, ਸੰਤੋਖ ਕਰਕੇ ਸੱਚੇ ਪਾਤਸ਼ਾਹ ਮੇਰੇ ਕੋਲੋਂ ਗਲਤੀਆਂ ਹੋਈਆਂ ਨੇ, ਮੈਨੂੰ ਮਾਫ ਕਰ ਦੇ। ਕਿਉਂਕਿ ਸਤਿਗੁਰੂ ਪਾਤਸ਼ਾਹ ਦੀ ਬਾਣੀ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਘੱਟ ਤੇ ਘੱਟ ਗੁਰੂ ਦੇ ਸਨਮੁਖ ਹੋ ਕੇ ਤਾਂ ਮੰਨ ਜਾਈਏ ਕਿ ਅਸੀਂ ਪਾਪ ਕਰਮ ਕਰਦੇ ਹਾਂ, ਅਸੀਂ ਝੂਠ ਬੋਲਦੇ ਹਾਂ, ਅਸੀਂ ਬੇਈਮਾਨੀਆਂ ਕਰਦੇ ਹਾਂ, ਅਸੀਂ ਗਲਤੀਆਂ ਕਰਦੇ ਹਾਂ। ਮੰਨ ਜਾਈਏ। ਗੁਰੂ ਪਾਤਸ਼ਾਹ ਕਹਿੰਦੇ ਜਿਸ ਦਿਨ ਤੂੰ ਮੰਨ ਗਿਆ, ਤੇਰੇ ਜੀਵਨ ਵਿੱਚ ਕੋਈ ਚਿੰਤਾ ਨਹੀਂ ਰਹਿ ਜਾਏਗੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਚਿੰਤਾਵਾਂ ਸਭ ਖਤਮ ਹੋ ਜਾਂਦੀਆਂ ਨੇ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲੱਗ ਪਾਈ। ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ। ਗੁਰੂ ਦਾ ਇੱਕ ਇੱਕ ਬਚਨ ਕਮਾਉਣਾ ਏ, ਸਿਰਫ ਪੜ੍ਹਨਾ ਤੇ ਸੁਣਨਾ ਨਹੀਂ, ਕਮਾਉਣਾ ਏ। ਸਤਿਗੁਰ ਬਚਨ ਕਮਾਵਣੇ। ਤੇ ਜਿਨ੍ਹਾਂ ਨੇ ਕਮਾਈ ਕੀਤੀ ਹੈ, ਗੁਰੂ ਪਿਆਰਿਓ, ਇਹ ਇਤਿਹਾਸ ਉਹਨਾਂ ਦੇ ਬਣੇ ਨੇ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਿਆ ਏ। ਉਹਨਾਂ ਦੇ ਫਿਰ ਸਿਰਾਂ ਤੇ ਆਰੇ ਵੀ ਚੱਲੇ ਨੇ। ਵਾਹਿਗੁਰੂ। ਡੋਲੇ ਨਹੀਂ ਫਿਰ ਉਹ। ਵਾਹਿਗੁਰੂ। ਸਬਰ ਸੰਤੋਖ ਦੇ ਨਾਲ ਉਹ ਫਿਰ ਪਰਮਾਤਮਾ ਦਾ ਸਰੂਪ ਹੋਏ ਨੇ। ਕੋਈ ਦੇਗਾਂ ਵਿੱਚ ਉਬਾਲੇ ਗਏ, ਕੋਈ ਜਿਉਂਦੇ ਅੱਗਾਂ ਦੇ ਵਿੱਚ ਸਾੜੇ ਗਏ। ਇਹ ਗੁਰੂ ਪਿਆਰਿਓ, ਸਤਿਗੁਰੂ ਨੇ ਉਹਨਾਂ ਤੇ ਹੀ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਐਸਾ ਬਲ ਦਿੱਤਾ ਹੈ, ਉਹਨਾਂ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋਇਆ ਹੈ। ਜਦੋਂ ਅੰਦਰੋਂ ਪ੍ਰਮਾਤਮਾ ਦੀ ਸ਼ਕਤੀ ਪ੍ਰਗਟ ਹੁੰਦੀ ਹੈ ਤੇ ਫਿਰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਸਰੀਰ ਹੈ ਨਾ, ਇਹ ਤਾਂ ਇੱਕ ਖੋਲ ਹੈ। ਫਿਰ ਇਸ ਨੂੰ ਸੱਟਾਂ ਕੀ ਵੱਜਣੀਆਂ। ਜਿਵੇਂ ਆਪਾਂ ਨਾਰੀਅਲ ਵੇਖਦੇ ਹਾਂ, ਜਿਹੜਾ ਸੁੱਕਾ ਨਾਰੀਅਲ ਹੈ ਨਾ, ਸੁੱਕ ਜਾਂਦਾ, ਭਾਵ ਕਿ ਹਉਮੈ ਹੰਕਾਰ ਨੂੰ ਜਿਹੜਾ ਛੱਡ ਦਿੰਦਾ ਹੈ, ਉਸ ਦੇ ਅੰਦਰ ਜਿਹੜੀ ਗਿਰੀ ਹੈ ਨਾ, ਉਹ ਸੇਫ ਹੁੰਦੀ ਹੈ। ਭਾਵੇਂ ਉਸ ਨਾਰੀਅਲ ਨੂੰ ਕਿਤਨਾ ਵੀ ਸੱਟਾਂ ਮਾਰੀਏ, ਗਿਰੀ ਅੰਦਰੋਂ ਸੇਫ ਆ, ਉਸ ਨੂੰ ਕੋਈ ਚੋਟ ਨਹੀਂ ਪਹੁੰਚਦੀ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਜਿਉਂਦਿਆਂ ਮਰਨਾ ਪੈਂਦਾ ਏ, ਇਸ ਸਰੀਰ ਨੂੰ ਜਿਉਂਦਿਆਂ ਹੀ ਛੱਡਣਾ ਪੈਂਦਾ ਏ।
ਸੰਬੰਧ ਤੋੜਨਾ ਪੈਂਦਾ ਏ ਤਾਂ ਫਿਰ ਇਸ ਸਰੀਰ ਦੇ ਭਾਵੇਂ ਟੋਟੇ ਟੋਟੇ ਕੀਤੇ ਜਾਣ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੋ ਤੇਰੋ ਜਨ। ਉਹ ਕਹਿੰਦੇ ਸਾਡੇ ਸਰੀਰ ਦਾ ਕੋਈ ਗੱਲ ਨਹੀਂ, ਭਾਵੇਂ ਟੋਟੇ ਟੋਟੇ ਹੋ ਜਾਏ, ਪਰ ਐ ਪ੍ਰਭੂ ਜੀ ਤੇਰਾ ਪ੍ਰੇਮ ਸਾਡੇ ਅੰਦਰੋਂ ਨਹੀਂ ਜਾਣਾ ਚਾਹੀਦਾ, ਪ੍ਰੇਮ ਖਤਮ ਨਹੀਂ ਹੋਣਾ ਚਾਹੀਦਾ। ਇਹ ਪ੍ਰੇਮ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜੋ ਗਿਆਨ ਵਿਚਾਰ ਗੁਰਬਾਣੀ ਦੇ ਦੁਆਰਾ ਦਿੱਤਾ ਹੈ। ਵਾਹਿਗੁਰੂ ਗੁਰੂ ਪਿਆਰਿਓ, ਬਾਉ ਬਾਉ ਬਾਣੀ ਨਿਰੰਕਾਰ ਹੈ ਜੀਵੜ ਤੇ ਸਜੀਵੜ ਅਵਰ ਨਾ ਕੋਈ। ਗੁਰਬਾਣੀ ਤੋਂ ਵੱਡਾ ਕੋਈ ਗਿਆਨ ਨਹੀਂ। ਗੁਰਬਾਣੀ ਨਿਰੋਲ ਪਰਮਾਤਮਾ ਦਾ ਗਿਆਨ ਹੈ, ਸਾਡੇ ਜੀਵਨ ਦਾ ਗਿਆਨ ਹੈ, ਮਨੁੱਖਾ ਜਨਮ ਦਾ ਗਿਆਨ ਕੇਵਲ ਇਹ ਮਨੁੱਖ ਹੀ ਸਮਝ ਸਕਦਾ ਹੈ। ਇਹ ਬਾਣੀ ਕੋਈ ਪਸ਼ੂ ਪਕਸ਼ੀ ਕੀੜੇ ਮਕੌੜਿਆਂ ਵਾਸਤੇ ਨਹੀਂ ਹੈ, ਵਾਹਿਗੁਰੂ ਮਨੁੱਖਾਂ ਵਾਸਤੇ ਹੈ। ਅਗਰ ਮਨੁੱਖ ਵੀ ਇਸ ਬਾਣੀ ਨੂੰ ਨਹੀਂ ਪੜ੍ਹਦਾ, ਨਹੀਂ ਸੁਣਦਾ, ਨਹੀਂ ਸਮਝਦਾ, ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਪਸ਼ੂਆਂ ਵਿੱਚ ਤੇ ਤੇਰੇ ਵਿੱਚ ਫਿਰ ਕੀ ਫਰਕ ਹੈ। ਪਸ਼ੂਆਂ ਦੀ ਤੇ ਮਜਬੂਰੀ ਹੈ ਨਾ, ਉੱਥੇ ਬਾਣੀ ਪੜ੍ਹੀ ਜਾਈਏ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ। ਪਰ ਜੇ ਮਨੁੱਖ ਤੂੰ ਵੀ ਨਾ ਇਸ ਬਾਣੀ ਨੂੰ ਸਮਝੇ, ਫਿਰ ਤੇਰੇ ਵਿੱਚ ਤੇ ਉਹਨਾਂ ਵਿੱਚ ਵਾਹਿਗੁਰੂ। ਪਸ਼ੂਆਂ ਵਿੱਚ ਕੋਈ ਫਰਕ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ। ਗੁਰੂ ਪਾਤਸ਼ਾਹ ਨੇ ਤਾਂ ਫਿਰ ਵੀ ਉਹਨਾਂ ਦੀ ਸਿਫਤ ਸਲਾਹ ਕੀਤੀ ਹੈ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਕਹਿੰਦੇ ਤੇਰੇ ਨਾਲ ਪਸ਼ੂ ਚੰਗੇ ਨੇ, ਵਾਹਿਗੁਰੂ ਜੋ ਸੁੱਕਾ ਘਾਹ ਖਾ ਕੇ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਪਰ ਤੂੰ ਅੰਮ੍ਰਿਤ ਵਰਗਾ ਦੁੱਧ ਛਕ ਕੇ ਤੂੰ ਕੀ ਕਰਦਾ ਏ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ। ਕਰਮ ਕਰੇ ਕਹਿੰਦੇ ਲਾਹਨਤ ਹੈ ਉਹਨਾਂ ਦੇ ਜੀਵਨ ਤੇ ਜੋ ਇਸ ਬਾਣੀ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੁੰਦੇ। ਸੋ ਸਤਿਗੁਰੂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਹ ਸਾਡੇ ਤੇ ਕਿਰਪਾ ਕਰ ਰਹੇ ਨੇ। ਆਓ ਅਗਲਾ ਜੋ ਲਾਸਟ ਬੰਦ ਹੈ ਉਹ ਆਪਾਂ ਸਰਵਣ ਕਰਦੇ ਹਾਂ, ਤੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਸਮਤ ਦੇ ਅਨੁਸਾਰ ਜੋ ਗੁਰੂ ਪਾਤਸ਼ਾਹ ਸਾਡੇ ਅੰਦਰੋਂ ਇਹ ਵਿਚਾਰ ਕਢਾ ਰਹੇ ਨੇ ਉਹ ਆਪ ਕਢਾ ਰਹੇ ਨੇ, ਜਿਤਨੀ ਕਿ ਸਤਿਗੁਰੂ ਨੇ ਸਮਤ ਬਖਸ਼ੀ ਕੀਤੀ ਹੈ। ਆਓ ਬੜੇ ਪਿਆਰ ਦੇ ਨਾਲ, ਸਮਾਂ ਵੀ ਨਜ਼ਦੀਕ ਆ ਗਿਆ ਹੈ, ਤੇ ਇਸ ਕਰਕੇ ਸਮੇਂ ਦੇ ਵਿੱਚ ਰਹਿ ਕੇ ਆਪਾਂ ਜਿੰਨੀ ਕੁ ਵਿਚਾਰ ਹੋ ਸਕੀ ਕਰਾਂਗੇ। ਸੋ ਪਰਦੇਸੀ ਜੀ ਅਗਲਾ ਬੰਦ ਪੜੋ ਜੀ। ਸੰਗਤ ਜੀ, ਚੌਥੇ ਬੰਦ ਵਿੱਚ ਸਤਿਗੁਰੂ ਜੀ ਅੱਜ ਦੇ ਉਪਦੇਸ਼ ਦੀ ਸੰਪੂਰਨਤਾ ਬਖਸ਼ ਰਹੇ ਨੇ। ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ, ਗੁਰ ਪ੍ਰਸਾਦੀ ਬੂਝੀ ਹੈ ਤਾ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਸਤਿਗੁਰੂ ਜੀ ਇੱਥੇ ਉਪਦੇਸ਼ ਸੰਪੂਰਨ ਕਰਦੇ ਹੋਏ ਕਿਰਪਾ ਕਰ ਰਹੇ ਨੇ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਉਸ ਨਾਮ ਦੀ ਸਲਾਹਣਾ ਕਰਨੀ ਹੈ, ਉਸ ਨਾਮ ਨੂੰ ਜਪਣਾ ਹੈ, ਸਿਮਰਨਾ ਹੈ, ਧਿਆਉਣਾ ਹੈ, ਅਨੁਭਵ ਕਰਨਾ ਹੈ, ਹੰਡਾਣਾ ਹੈ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਇਹ ਸਭ ਉਸ ਨਾਮ ਦਾ ਹੀ ਪਸਾਰਾ ਹੈ। ਇੱਕ ਓਂਕਾਰ, ਉਸ ਇੱਕ ਦਾ ਹੀ ਸਾਰਾ ਪਸਾਰਾ ਹੈ। ਨਾਮ ਤੋਂ ਮੈਨੂੰ ਮਿਲੇਗਾ, ਸਤ ਨਾਮ, ਨਾਮ ਤੋਂ ਉਹਨੂੰ ਮਿਲੇਗਾ, ਲੇਕਿਨ ਮਿਲ ਕੇ ਮੈਨੂੰ ਹਉਮੈ ਨਹੀਂ ਕਰਨੀ, ਮੈਨੂੰ ਹੰਕਾਰ ਨਹੀਂ ਕਰਨਾ, ਕਿਉਂਕਿ ਫੈਸਲਾ ਕਰਤਾ ਪੁਰਖ ਦੇ ਹੱਥ ਹੈ। ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਉਸ ਬੇਅੰਤ ਦਾ ਮੈਂ ਅੰਤ ਨਹੀਂ ਪਾ ਸਕਦਾ। ਮੂਰਖ ਹਾਂ ਜੇ ਮੈਂ ਕਹਿੰਦਾ ਕਿ ਮੈਂ ਕੁਝ ਸਮਝ ਗਿਆ। ਤੇ ਮੇਰੇ ਪੰਚਮ ਪਾਤਸ਼ਾਹ ਨੇ ਸੰਪੂਰਨਤਾ 'ਚ ਹੀ ਕਹਿਤਾ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਕਤਾ ਕੀਤੀ ਉਹ ਕਹਿੰਦੇ ਨੇ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ। ਸੋ ਪਿਆਰਿਓ, ਇੱਥੇ ਮੈਂ ਮਾਰਨੀ ਹੈ ਤੇ ਮਹਾਰਾਜ ਕਹਿੰਦੇ ਨੇ ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ। ਇਹ ਮੇਰਾ ਸਰੀਰ, ਮੇਰਾ ਪਿੰਡ ਤੇ ਇਹ ਮੇਰਾ ਜੀਓ, ਇਹ ਮੇਰੀ ਆਤਮਾ। ਇਹ ਜਦ ਤੱਕ ਹੈ ਇਹ ਸਰੀਰ ਹੈ, ਇਹ ਨਿਕਲ ਗਈ ਫੜ ਜਾੜ ਕੇ ਸਾੜ ਆਓਗੇ ਜੀ। ਤੋ ਜਿਉ ਪਿੰਡ ਸਭ ਤਿਸ ਦਾ, ਇਹ ਉਸੇ ਦਾ ਹੀ ਹੈ ਤੇ ਉਸੇ ਦਾ ਆਧਾਰ ਹੁਣ ਇਹ ਸ਼ਬਦ ਗੁਰੂ ਹੈ। ਪਿਆਰਿਓ, ਇਸ ਤੋਂ ਵੱਡਾ ਹੋਰ ਕੋਈ ਨਿਰੰਕਾਰ ਨਹੀਂ ਵੇਖਿਆ। ਇਸ ਤੋਂ ਸ਼ਬਦ ਤੋਂ ਇਲਾਵਾ ਹੋਰ ਕੋਈ ਗਿਆਨ ਨਹੀਂ ਦਾਸ ਨੇ ਦੇਖਿਆ। ਤੋ ਇਸ ਸ਼ਬਦ ਨਾਲ ਜੁੜ ਕੇ ਫਿਰ
ਇਹ ਕਿੱਦਾਂ ਹੋਣਾ ਹੈ? ਗੁਰ ਪ੍ਰਸਾਦੀ, ਇਹ ਮੈਨੂੰ ਪ੍ਰਸਾਦ ਰੂਪ ਵਿੱਚ ਮਿਲੇਗਾ। ਗੁਰ ਪ੍ਰਸਾਦੀ ਬੂਝੀਐ ਤਾਂ ਪਾਏ ਮੋਖ ਦੁਆਰ। ਤੇ ਮੇਰੇ ਪਾਤਸ਼ਾਹ ਨੇ ਜਪਜੀ ਸਾਹਿਬ 'ਚ ਕਹਿ ਦਿੱਤਾ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ, ਉਹਦੀ ਰਜ਼ਾ ਵਿੱਚ ਚੱਲਾਂ। ਉਸ ਦੀ ਜੋ ਬਖਸ਼ਿਸ਼ ਹੋਈ ਹੈ ਉਸ ਨੂੰ ਕਵਾਂ ਤੇਰੀ ਬਖਸ਼ਿਸ਼ ਹੈ, ਤੇ ਅੱਗੇ ਵਾਸਤੇ ਹੱਥ ਫੈਲਾ ਲਾਂ, ਝੋਲੀ ਵੱਡੀ ਕਰ ਲਾਂ, ਮਿਲਦਾ ਹੈ, ਅਠਾਹ ਮਿਲਦਾ ਹੈ। ਗੁਰਪ੍ਰਸਾਦੀ ਬੂਝੀਏ ਤਾਂ ਪਾਹੇ ਮੁਖ ਦੁਆਰ, ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਉਸ ਬੇਅੰਤ ਨੂੰ ਅਸੀਂ ਕਿਸੇ ਦਾਇਰੇ 'ਚ ਨਹੀਂ ਸਮੇਟ ਸਕਦੇ ਹਾਂ। ਸੋ ਹਮੇਸ਼ਾ ਅਸੀਂ ਆਪਣੇ ਨਿਮਰਤਾ ਵਾਲੇ ਪੱਖ 'ਚ ਧਿਆਨ ਦਈਏ ਤੇ ਸਤਿਗੁਰਾਂ ਤੋਂ ਖੁਸ਼ੀਆਂ ਲਈਏ। ਇੱਥੇ ਮਹਾਰਾਜ ਅੱਜ ਦੇ ਉਪਦੇਸ਼ ਸੰਪੂਰਨ ਕਰਦੇ ਨੇ ਜੀ। ਪਿਆਰੀ ਸਾਧ ਸੰਗਤ ਜੀਓ, ਆਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਪਕੜ ਲਈਏ। ਵਾਹਿਗੁਰੂ। ਅੱਜ ਵੀ ਸਤਿਗੁਰ ਛੋੜ ਦੂਜੇ ਲੱਗੇ, ਕਿਆ ਕਰਨ ਅੱਗੇ ਜਾਏ, ਜੰਪੁਰ ਬੱਦੇ ਮਾਰੀਏ, ਪਹੁਤੀ ਮਿਲੇ ਸਜਾਏ। ਵਾਹਿਗੁਰੂ। ਆਓ ਉਸ ਸਜ਼ਾ ਤੋਂ, ਉਸ ਦੁੱਖ ਤੋਂ ਆਪਾਂ ਬਚ ਜਾਈਏ। ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਬਚਾ ਸਕਦੇ ਨੇ। ਸੋ ਪਰਦੇਸੀ ਜੀ ਨੇ ਜਿਵੇਂ ਇਸ ਸ਼ਬਦ ਦੀ ਸੰਪੂਰਨਤਾ ਕੀਤੀ ਹੈ, ਗਿਆਨ ਦੀ ਸੰਪੂਰਨਤਾ ਨਹੀਂ ਹੈ। ਔਰ ਗੁਰੂ ਪਿਆਰਿਓ, ਇੱਥੇ ਮਾਣ ਨਾ ਕਰਨਾ, ਜੋ ਬਾਣੀ ਨਾਲ ਜੁੜਦੇ ਪਏ ਨੇ ਉਹ ਲਾਹੇ ਲੈ ਰਹੇ ਨੇ। ਕੈਲੀਫੋਰਨੀਆ ਦੇ ਵਿਚਕਾਰ ਸਭ ਤੋਂ ਉੱਚੇ ਫਲੋਰ ਦੇ ਵਿਚਕਾਰ ਮੇਰੇ ਸਤਿਗੁਰੂ ਜੀ ਪ੍ਰਕਾਸ਼ ਨੇ, ਤੇ ਇਹ ਗੋਰੇ ਨੇ, ਅੰਗਰੇਜ਼ ਨੇ, ਜੋ ਵੀ ਹਨ, ਬਾਣੀ ਨਾਲ ਜੁੜ ਕੇ ਲਾਹੇ ਲੈ ਰਹੇ ਨੇ। ਪਿਆਰਿਓ, ਅਸੀਂ ਘਰ ਦੇ ਬੱਚੇ ਹਾਂ, ਪਿੱਛੇ ਨਾ ਰਹਿ ਜਾਈਏ। ਇਹ ਸਭ ਵਾਸਤੇ ਆਈ ਹੈ ਬਾਣੀ, ਪ੍ਰਭ ਕੀ ਸਭ ਕੋ ਬੋਲੇ। ਸੋ ਬਾਣੀ ਨਾਲ ਜੁੜੀਏ। ਵਾਹਿਗੁਰੂ ਜੀ। ਸੋ ਸਭ ਸੰਗਤਾਂ ਨੂੰ ਬੜੇ ਨਿਮਰਤਾ ਸਹਿਤ, ਪ੍ਰੇਮ ਸਹਿਤ ਬੇਨਤੀ ਹੈ ਕਿ ਆਪਾਂ ਸੰਗਤ ਟੈਲੀਵਿਜ਼ਨ ਦੇ ਨਾਲ ਜੁੜੀਏ, ਸੰਗਤ ਟੈਲੀਵਿਜ਼ਨ ਦੇ ਮੈਂਬਰ ਬਣੀਏ, ਡਾਇਰੈਕਟ ਡੈਬਿਟ ਭਰੋ, ਔਰ ਇਸ ਸਮੇਂ ਦੀ ਸੇਵਾ ਵੀ ਜ਼ਰੂਰ ਕਰਿਆ ਕਰੋ। ਕਿਉਂਕਿ ਜਿੱਥੇ 24 ਆਵਰ ਗੁਰਬਾਣੀ ਦਾ ਪ੍ਰਚਾਰ ਸੰਚਾਰ ਚੱਲਦਾ ਹੈ, ਕਿਸੇ ਵੀ ਸਮੇਂ ਦੀ ਆਪ ਸੇਵਾ ਲੈ ਸਕਦੇ ਹੋ। ਸਤਿਗੁਰੂ ਪਾਤਸ਼ਾਹ ਆਪ ਜੀ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਤੇ ਖੁਸ਼ੀਆਂ ਬਖਸ਼ੇ ਕਰਨ। ਸੋ ਇਹ ਸੀ ਅੱਜ ਦਾ ਗੁਰਬਾਣੀ ਇਸ ਜਗ ਮੈਂ ਚਾਨਣ, ਜੋ ਵਿਚਾਰਾਂ ਕੀਤੀਆਂ ਗਈਆਂ ਨੇ, ਹੋਈਆਂ ਭੁੱਲਾਂ ਦੇ ਖਿਮਾ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਜੋਗੋ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।